ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਕਮਲਜੀਤ ਕੌਰ ਸਰਾਂ ਦੁਆਰਾ ਲਿਖੀ ਗਈ ਅੱਜ ਦੀ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਬਚਨ ਸਿੰਘ ਸੁਭਾਅ ਪੱਖੋਂ ਬਹੁਤ ਹੀ ਨਰਮ ਸੀ ਤੇ ਅੰਤਾਂ ਦਾ ਮਿਹਨਤੀ ਸੀ, ਜਿਸ ਕਰਕੇ ਉਸਦੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ। ਵਧੀਆ ਮਤਲਬ ਆਈ ਚਲਾਈ ਚੱਲੀ ਜਾਂਦੀ ਸੀ, ਪਰ ਬਚਦਾ ਬਚਾਉਂਦਾ ਕੁਝ ਨਹੀਂ ਸੀ। ਉੱਪਰੋਂ ਤਰੀ ਦੇ 3 ਨਿਆਣੇ ਹੋ ਗਏ, 2 ਮੁੰਡੇ ਤੇ 1 ਕੁੜੀ। ਬਚਨ ਸਿੰਘ ਦੇ ਘਰਵਾਲੀ ਦਾ ਸੁਭਾਅ ਅੜਬ ਸੀ, ਜਿਸ ਕਰਕੇ ਉਸਦੀ ਗਲੀ ਗਵਾਂਢ ਦੀਆਂ ਜਨਾਨੀਆਂ ਨਾਲ ਨਾ ਬਣਦੀ। ਸਾਰਾ ਦਿਨ ਡੰਗਰਾਂ ਨਾਲ ਡੰਗਰ ਹੋਈ ਰਹਿੰਦੀ। ਦਿਨੋਂ ਦਿਨ ਵੱਧਦੀ ਮਹਿੰਗਾਈ ਕਰਕੇ ਘਰ ਦਾ ਗੁਜ਼ਾਰਾ ਹੁਣ ਬੜੀ ਮੁਸ਼ਕਿਲ ਨਾਲ ਚੱਲਣ ਲੱਗਾ ਸੀ। ਦੋਨੋਂ ਜੀ ਆਪ ਵੀ ਅਨਪੜ੍ਹ ਹੋਣ ਕਰਕੇ ਜਵਾਕਾਂ ਨੂੰ ਵੀ ਸਕੂਲ ਨਾ ਭੇਜਦੇ, ਜਿਸ ਕਰਕੇ ਤਿੰਨੋਂ ਹੀ ਜ਼ਿਆਦਾ ਪੜ੍ਹ ਲਿਖ ਨਾ ਸਕੇ। ਸਮਾਂ ਲੰਘਦਾ ਗਿਆ। ਦੋਨੋਂ ਮੁੰਡੇ ਤੇ ਕੁੜੀ ਹੁਣ ਜਵਾਨ ਹੋ ਚੁੱਕੇ ਸਨ। ਬਚਨ ਸਿੰਘ ਨੇ ਮੁੰਡਿਆਂ ਤੋਂ ਪਹਿਲਾਂ ਕੁੜੀ ਦੇ ਹੱਥ ਪੀਲੇ ਕਰਨ ਦੀ ਸੋਚੀ। ਕੁੜੀ ਤਾਂ ਵਿਆਹ ਦਿੱਤੀ, ਪਰ ਨਾਲ ਹੀ ਜੋ 2 ਕਿੱਲੇ ਪੈਲੀ ਸੀ ਉਹ ਵੀ ਗਹਿਣੇ ਧਰ ਦਿੱਤੀ, ਜਿਸ ਦੇ ਫਿਕਰ ਵਿੱਚ ਬਚਨ ਸਿੰਘ ਬਿਮਾਰ ਰਹਿਣ ਲੱਗਾ। ਆਪਣੇ ਜਿਉਂਦੇ ਜੀ ਦੋਨੋਂ ਮੁੰਡਿਆਂ ਵਿਆਹ ਵੀ ਕਿਸੇ ਗਰੀਬ ਘਰ ਦੀਆਂ ਕੁੜੀਆਂ ਨਾਲ ਕਰ ਦਿੱਤੇ ਤੇ ਆਪ ਆਪਣੀ ਕਬੀਲਦਾਰੀ ਤੋਂ ਸੁਰਖੂ ਹੋ ਰੱਬ ਨੂੰ ਪਿਆਰਾ ਹੋ ਗਿਆ ਤੇ 6 ਮਹੀਨੇ ਦੇ ਵਕਫੇ ਨਾਲ ਘਰਵਾਲੀ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਈ। ਦੋਨੋਂ ਭਰਾ ਮਾੜਾ ਮੋਟਾ ਕੰਮ ਕਰਵਾ ਦਿੰਦੇ, ਪਰ ਇਸ ਨਾਲ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਸਿਆਣੇ ਕਹਿੰਦੇ ਹੁੰਦੇ ਸੀ, ਜੱਟ ਦਾ ਪੁੱਤ ਤਾਂ ਦਿਹਾੜੀ ਵੀ ਨਹੀਂ ਕਰ ਸਕਦਾ, ਪਰ ਫਿਰ ਵੀ ਦੋਨੋਂ ਭਰਾ ਜੋ ਵੀ ਕੰਮ ਮਿਲਦਾ ਕਰ ਲੈਂਦੇ। ਪਰ ਕਹਿੰਦੇ ਹੁੰਦੇ ਨੇ, ਜਿੱਥੇ ਗਰੀਬੀ ਹੋਵੇ ਉੱਥੇ ਫਿਰ ਕਲੇਸ਼ ਰਹਿਣ ਲੱਗ ਜਾਂਦਾ ਹੈ। ਦੋਨੋਂ ਦੀਆਂ ਘਰ ਵਾਲੀਆਂ ਕਲੇਸ਼ ਰੱਖਦੀਆਂ, ਆਪਸ ਵਿੱਚ ਗਾਲੀ ਗਲੋਚ ਕਰਦੀਆਂ ਰਹਿੰਦੀਆਂ। ਇਸ ਤੋਂ ਪਹਿਲਾਂ ਹੋਰ ਗੱਲ ਵਧੀ, ਦੋਨੋਂ ਭਰਾ ਅਲੱਗ ਹੋ ਗਏ। ਵੱਡੇ ਭਰਾ ਚਰਨ ਸਿੰਘ ਨੇ ਆਪਣੇ ਹਿੱਸੇ ਦਾ ਮਕਾਨ ਵੀ ਛੋਟੇ ਭਰਾ ਨੂੰ ਦੇ ਦਿੱਤਾ, ਕਿਉਂਕਿ ਮਕਾਨ ਬਹੁਤ ਵੱਡਾ ਵੀ ਨਹੀਂ ਸੀ। ਉੱਪਰੋਂ ਹਾਲਤ ਵੀ ਖਸਤਾ ਬਣੀ ਪਈ ਸੀ ਤੇ ਆਪ ਚਰਨ ਸਿੰਘ ਘਰਵਾਲੀ ਮਨਜੀਤ ਕੌਰ ਤੇ ਆਪਣੀ ਕੁੜੀ ਸੁਰਿੰਦਰ ਕੌਰ ਨਾਲ ਇੱਕ ਨਵੀਂ ਮੰਜ਼ਿਲ ਦੀ ਤਲਾਸ਼ ਵਿੱਚ ਅਣਜਾਣ ਰਾਤੇ ਤੁਰ ਪਿਆ। ਉਸਨੂੰ ਸਮਝ ਨਹੀਂ ਸੀ ਲੱਗ ਰਹੀ ਹੁਣ ਉਹ ਕੀ ਕਰੇ, ਕਿਉਂਕਿ ਨਾ ਤਾਂ ਉਸ ਕੋਲ ਜ਼ਿਆਦਾ ਪੈਸੇ ਸਨ ਤੇ ਨਾ ਕੋਈ ਰਹਿਣ ਦਾ ਠਿਕਾਣਾ ਸੀ। ਪਰ ਜੋ ਕਿਸਮਤ ਵਿੱਚ ਲਿਖਿਆ ਹੋਵੇ ਉਹੀ ਹੁੰਦਾ। ਬੰਦਾ ਤਾਂ ਬਸ ਉਸ ਪਰਮਾਤਮਾ ਦਾ ਹੁਕਮ ਵਜਾਉਂਦਾ ਰਹਿੰਦਾ ਤੇ ਉਹ ਵੀ ਆਪਣੇ ਕਰਮਾਂ 'ਚ ਲਿਖਿਆ ਦਾਣਾ ਪਾਣੀ ਚੁਗਣ ਲਈ ਸ਼ਹਿਰ ਪਹੁੰਚ ਜਾਂਦਾ ਹੈ। ਉਸ ਸਮੇਂ ਰਹਿਣ ਸਹਿਣ ਦੀ ਇੰਨੀ ਸਮੱਸਿਆ ਨਹੀਂ ਸੀ ਆਉਂਦੀ, ਕਿਉਂਕਿ ਲੋਕ ਵੀ ਮਿਲ ਵਰਤਣ ਵਾਲੇ ਹੁੰਦੇ ਸਨ ਤੇ ਇੱਕ ਦੂਜੇ ਦੀ ਮਦਦ ਵੀ ਦਿਲ ਖੋਲ੍ਹ ਕੇ ਕਰਦੇ ਸਨ। ਉਸ ਨੂੰ ਵੀ ਉਹਨਾਂ ਦੇ ਪਿੰਡ ਦਾ ਇੱਕ ਵਿਅਕਤੀ, ਜੋ ਉਸ ਦਾ ਪੁਰਾਣਾ ਮਿੱਤਰ ਵੀ ਸੀ, ਮਿਲ ਗਿਆ, ਜੋ ਉੱਥੇ ਬਹੁਤ ਵੱਡੇ ਅਦਾਰੇ ਵਿੱਚ ਕੰਮ ਕਰਦਾ ਸੀ। ਹੋਰ ਚਰਨ ਸਿਉ, ਕੀ ਹਾਲ ਨੇ? ਅੱਜ ਇੱਧਰ ਕਿਵੇਂ? ਭਾਬੀ ਨੂੰ ਨਾਲ ਲੈ ਕੇ ਬਾਜ਼ਾਰ ਗਿਆ ਕਿ ਕਿਤੇ ਜਾ ਰਿਹਾ ਹੈ? ਇੱਕੋ ਹੀ ਸਾਹ ਕਿੰਨੇ ਸਵਾਲ ਰੰਗ ਉਸਨੂੰ ਕਰ ਗਿਆ। ਪੈਰ 'ਚ ਹੀ ਮਲਦਾ ਚਰਨ, ਬਸ ਉਹੀ ਕੁਛ ਨਹੀਂ, ਪਰ ਮਨ 'ਚ ਸੋਚਦਾ, ਦੱਸਾਂ ਕਿ ਨਾ। ਅਜੇ ਇਸੇ ਜਦੋਂ ਜਹਿਦ ਵਿੱਚ ਹੀ ਸੀ ਕਿ ਨਿਰੰਗ ਬੋਲਿਆ, ਲੱਗਦਾ ਤੂੰ ਬਹੁਤਾ ਪਰੇਸ਼ਾਨ ਹੈ। ਚੱਲ ਇਉਂ ਕਰ, ਮੇਰੇ ਨਾਲ ਘਰ ਚੱਲ, ਉੱਥੇ ਬੈਠ ਆਰਾਮ ਨਾਲ ਗੱਲ ਕਰਦੇ ਹਾਂ। ਅੰਨਾ ਕੀ ਭਾਲੇ 2 ਅੱਖਾਂ ਦੀ ਕਹਾਵਤ ਵਾਂਗ ਚਰਨ ਨੂੰ ਨਿਰੰਗ ਇਸ ਮੁਸ਼ਕਿਲ ਦੌਰ 'ਚ ਰੱਬ ਦਾ ਪ੍ਰਤੀਤ ਹੋ ਰਿਹਾ ਸੀ। ਤਿੰਨੋਂ ਜਣੇ ਨਿਰੰਗ ਨਾਲ ਉਸਦੇ ਘਰ ਚਲੇ ਜਾਂਦੇ ਹਨ। ਸੁਰਿੰਦਰ ਬਹੁਤ ਛੋਟੀ ਹੋਣ ਕਰਕੇ ਸਮਝ ਨਹੀਂ ਪਾ ਰਹੀ ਸੀ ਕਿ ਉਹ ਕਿੱਥੇ ਆ ਗਏ। ਉਸਨੂੰ ਤਾਂ ਚਾਅ ਜਿਹਾ ਹੁੰਦਾ ਕਿ ਅਸੀਂ ਕਿਤੇ ਬਾਹਰ ਆਏ ਹਾਂ। ਉਹ ਨਿਰੰਗ ਦੀਆਂ ਕੁੜੀਆਂ ਨਾਲ ਖੇਡਣ ਲੱਗ ਜਾਂਦੀ ਹੈ। ਨਿਰੰਗ ਦਾ ਘਰਵਾਲੀ ਵੀ ਸਾਊ ਸੁਭਾਅ ਦੀ ਮਾਲਕ, ਉਹਨਾਂ ਨੂੰ ਚਾਹ ਪਾਣੀ ਦੇ ਪਿੰਡ ਦੀ ਸੁੱਖ ਸੰਦ ਪੁੱਛਦੀ ਹੈ। ਨਿਰੰਗ ਚਰਨ ਦੀ ਮੁਸ਼ਕਿਲ ਜਾਣਨ ਲਈ ਗੱਲ ਸ਼ੁਰੂ ਕਰਦਾ ਹੈ। ਚਰਨੇ, ਤੂੰ ਯਾਰ ਕੁਝ ਨਾ ਲੁਕਾ, ਮੈਨੂੰ ਤੇਰੇ ਹਾਲਾਤ ਠੀਕ ਨਹੀਂ ਲੱਗਦੇ। ਚਰਨੇ ਦੇ ਤਾਂ ਜਿਵੇਂ ਉਸਨੇ ਦੁੱਖ ਦੀ ਰਗ ਉੱਤੇ ਹੱਥ ਰੱਖ ਦਿੱਤਾ ਹੋਵੇ। ਚਰਨ ਹੁਬਕੀ ਹੁਬਕੀ ਰੋਣ ਲੱਗ ਜਾਂਦਾ ਹੈ। ਕੀ ਦੱਸਾਂ ਭਰਾਵਾ, ਗਰੀਬੀ ਨੇ ਮਾਰ ਲਿਆ। ਜੋ ਕੁਝ ਸੀ ਸਭ ਗਿਆ। ਹੁਣ ਸਾਡੇ ਕੋਲ ਆ ਤੇੜ ਪਾਏ ਕੱਪੜੇ ਹੀ ਹਨ। ਨਾ ਰਹਿਣ ਲਈ ਕੋਈ ਟਿਕਾਣਾ ਹੈ, ਨਾ ਹੀ ਮੇਰੇ ਕੋਲ ਕੋਈ ਕੰਮ ਹੈ। ਕੀ ਕਰਾਂ ਮੈਂ, ਸਮਝ ਨਹੀਂ ਆਉਂਦੀ। ਇਹ ਤਾਂ ਰੱਬ ਦਾ ਸ਼ੁਕਰ ਮੈਨੂੰ ਤੂੰ ਮਿਲ ਗਿਆ, ਪਤਾ ਨਹੀਂ ਹੁਣ ਨੂੰ ਮੈਂ ਕਿੱਥੇ ਰੁਲਦਾ ਹੁੰਦਾ। ਕਹਿ ਪਰਨੇ ਨਾਲ ਅੱਖਾਂ ਪੂੰਝਣ ਲੱਗਦਾ ਹੈ। ਨਿਰੰਗ ਉਸਨੂੰ ਹੌਸਲਾ ਦਿੰਦਾ ਹੈ ਤੇ ਰੱਬ 'ਤੇ ਭਰੋਸਾ ਰੱਖਣ ਲਈ ਕਹਿੰਦਾ ਹੈ। ਨਾਲ ਹੀ ਕਹਿੰਦਾ ਹੈ ਕਿ ਕੰਮ ਦਾ ਬੰਦੋਬਸਤ ਮੈਂ ਤੇਰਾ ਸਮਝਲ ਕਰ ਦਿੱਤਾ। ਰਹੀ ਗੱਲ ਰਹਿਣ ਦੀ, ਉਹ ਵੀ ਉਸ ਪਰਮਾਤਮਾ ਦੀ ਕਿਰਪਾ ਨਾਲ ਹੋ ਜਾਊ। ਇੰਨੇ ਨੂੰ ਨਿਰੰਗ ਦੀ ਘਰਵਾਲੀ ਸਾਰਿਆਂ ਲਈ ਰੋਟੀ ਲੈ ਆਉਂਦੀ ਹੈ। ਚਰਨ ਤੇ ਨਿਰੰਗ ਵਿਹੜੇ ਵਿੱਚ ਮੰਜੇ ਢਾ ਕੇ ਪੈ ਜਾਂਦੇ ਹਨ ਤੇ ਮਨਜੀਤ ਤੇ ਸੁਰਿੰਦਰ ਨਿਰੰਗ ਦੇ ਘਰਵਾਲੀ ਤੇ ਕੁੜੀਆਂ ਨਾਲ ਛੱਤ ਤੇ ਭੂੰਜੇ ਪੈ ਜਾਂਦੀਆਂ ਹਨ। ਚਰਨ ਸਿਰ ਤੇ ਬਾਂਹ ਰੱਖੀ ਅਗਲੇ ਦਿਨ ਚੜ੍ਹਨ ਬਾਰੇ ਸੋਚ ਰਿਹਾ ਹੁੰਦਾ ਹੈ, ਕਿਉਂਕਿ ਨਿਰੰਗ ਦੀਆਂ ਗੱਲਾਂ ਨਾਲ ਉਸਨੂੰ ਕੁਝ ਹੌਸਲਾ ਹੋ ਗਿਆ ਸੀ। ਇੱਧਰ ਨਿਰੰਗ ਚਰਨ ਨੂੰ ਕੰਮ 'ਤੇ ਲਗਵਾਉਣ ਬਾਰੇ ਸੋਚਦਾ ਸੋਚਦਾ ਸੌਂ ਜਾਂਦਾ ਹੈ। ਅਗਲੇ ਦਿਨ ਸਵੇਰੇ ਇਸ ਵਕਤ ਉੱਠ ਨਿਰੰਗ ਘਰਵਾਲੀ ਨੂੰ ਚਾਹ ਬਣਾਉਣ ਲਈ ਆਵਾਜ਼ ਦਿੰਦਾ ਹੈ। ਉਸ ਦੀ ਆਵਾਜ਼ ਨਾਲ ਚਰਨ ਦੀ ਵੀ ਅੱਖ ਖੁੱਲ੍ਹ ਜਾਂਦੀ ਹੈ। ਉਹ ਵੀ ਉੱਠ ਜਾਂਦਾ ਹੈ। ਇੰਨੇ ਨੂੰ ਨਿਰੰਗ ਦੋਹਾਂ ਦੇ ਚਾਹ ਵਾਲੇ ਗਿਲਾਸ ਹੱਥ ਵਿੱਚ ਫੜੀ
ਬਰਾਬਰ ਮੰਜੇ 'ਤੇ ਆਣ ਬੈਠਦਾ ਹੈ ਤੇ ਕਹਿੰਦਾ ਹੈ, ਦੇਖ ਚਰਨ ਸਿੰਘ, ਆਪਾਂ 9 ਵਜੇ ਨੂੰ ਚੱਲਦੇ ਹਾਂ। ਜਿੱਥੇ ਮੈਂ ਕੰਮ ਕਰਦਾ 9:30 ਸਾਹਬ ਆ ਜਾਂਦੇ ਨੇ। ਤੈਨੂੰ ਪਤਾ, ਹੁਣ ਜਿਹੜੇ ਸਾਹਬ ਨਵੇਂ ਆਏ ਨੇ ਬਹੁਤ ਹੀ ਦਰਿਆ ਦਿਲ ਬੰਦੇ ਨੇ। ਚਰਨ ਸਿੰਘ ਚਾਹ ਦੀ ਚੁਸਕੀ ਭਰਦਾ ਬੜੀ ਉਤਸੁਕਤਾ ਨਾਲ ਨਿਰੰਗ ਦੇ ਮੂੰਹ ਵੱਲ ਦੇਖਦਾ ਹੈ। ਨਿਰੰਗ ਗੱਲ ਅੱਗੇ ਤੋਰਦਾ ਹੋਇਆ ਦੱਸਦਾ ਹੈ ਕਿ ਉਹਨਾਂ ਦਾ ਨਾਮ ਹੈ ਜਸਵਿੰਦਰ ਸਿੰਘ ਬਰਾੜ। ਪਿਆਰ ਨਾਲ ਸਾਰੇ ਉਹਨਾਂ ਨੂੰ ਬਰਾੜ ਸਾਹਿਬ ਕਹਿੰਦੇ ਹਨ। ਉਹ ਬਹੁਤ ਹੀ ਰੱਜੇ ਪੁੱਜੇ ਪਰਿਵਾਰ ਵਿੱਚੋਂ ਹਨ। ਗਰੀਬਾਂ ਦੇ ਤਾਂ ਮਸੀਹਾ ਹਨ। ਸਾਹਿਬ ਹੋਰਾਂ ਨੇ ਤੇਰੀ ਮਦਦ ਜ਼ਰੂਰ ਕਰ ਦੇਣੀ ਹੈ। ਚਰਨ ਸਿੰਘ ਮਨ ਹੀ ਮਨ 'ਚ ਉਸ ਸਾਹਿਬ ਦੀ ਤਸਵੀਰ ਚਿਤਾਰਦਾ ਹੋਇਆ ਚਾਹ ਦਾ ਗਿਲਾਸ ਦੋਨੋਂ ਹੱਥਾਂ 'ਚ ਫੜ ਉੱਪਰ ਰੱਬ ਵੱਲ ਝਾਤੀ ਮਾਰਦਾ ਹੈ, ਜਿਵੇਂ ਹੁਣੇ ਉਸਨੂੰ ਰੱਬ ਦੇ ਦਰਸ਼ਨ ਹੋਏ ਹੋਣ ਤੇ ਰੱਬ ਆਪਣੀ ਕਰਾਮਾਤ ਦਿਖਾ ਉਸ ਉੱਤੇ ਰਹਿਮਤਾਂ ਦੀ ਵਰਸ਼ਾਤ ਕਰ ਰਿਹਾ ਹੋਵੇ। ਇੰਨੇ ਨੂੰ ਸੁਰਿੰਦਰ ਦੀ ਤੂਤਲੀ ਆਵਾਜ਼ ਉਸਦੇ ਖਿਆਲਾਂ ਦੀ ਲੜੀ ਤੋੜ ਦਿੰਦੀ ਹੈ, ਜੋ ਸੁੱਤੀ ਉੱਠਦੀ ਪਾਪਾ ਪਾਪਾ ਕਹਿੰਦੀ ਉਸਦੀ ਗੋਦੀ ਵਿੱਚ ਆਣ ਬੈਠਦੀ ਹੈ। ਚਰਨ ਉਸ ਨਾਲ ਲਾਡ ਕਰਦਾ ਹੈ। ਆਪਣੀ ਪਿਆਰੀ ਧੀ ਅੱਜ ਉਸਨੂੰ ਹੋਰ ਵਧੇਰੇ ਸੋਹਣੀ ਲੱਗਦੀ ਹੈ, ਕਿਉਂਕਿ ਉਸਦਾ ਮਨ ਕਿਸੇ ਆਸ ਨਾਲ ਭਰ ਚੁੱਕਾ ਹੁੰਦਾ ਹੈ। ਇੰਨੇ ਨੂੰ ਨਿਰੰਗ ਆਵਾਜ਼ ਮਾਰਦਾ ਹੈ, ਚੱਲ ਚਰਨ ਸਿਓ, ਨਹਾ ਲੈ ਜੇ ਨਹਾਉਣਾ ਨਹੀਂ, ਸ਼ੱਕ ਪ੍ਰਸ਼ਾਦਾ ਤੇ ਚੱਲੀਏ ਵਾਹਿਗੁਰੂ ਦਾ ਨਾਂ ਲੈ ਕੇ। ਦੋਨੋਂ ਰੁੱਖੀ ਮਿੱਸੀ ਖਾ ਦੁਪਹਿਰ ਦੀਆਂ ਰੋਟੀਆਂ ਨਾਲ ਲੈ ਸਾਈਕਲ ਤੇ ਸਵਾਰ ਹੋ ਕੰਮ ਵਾਲੀ ਜਗ੍ਹਾ ਨੂੰ ਚੱਲ ਪੈਂਦੇ ਹਨ। ਜਦੋਂ ਚਰਨ ਨਿਰੰਗ ਨਾਲ ਉਸ ਅਦਾਰੇ ਦੇ ਗੇਟ ਤੇ ਪਹੁੰਚਦਾ ਹੈ ਤਾਂ ਉਸਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ, ਕਿਉਂਕਿ ਉਹ ਬਹੁਤ ਵੱਡਾ ਯੂਨੀਵਰਸਿਟੀ ਦਾ ਕੈਂਪਸ ਹੁੰਦਾ ਹੈ, ਜਿਸ ਦੇ ਵੱਡੇ ਤੇ ਖੁੱਲ੍ਹੇ ਮੈਦਾਨ, ਵੱਡੀਆਂ ਇਮਾਰਤਾਂ ਹੁੰਦੀਆਂ ਹਨ। ਇੱਕ ਵਾਰ ਤਾਂ ਉਸਨੂੰ ਹੀਨ ਭਾਵਨਾ ਮਹਿਸੂਸ ਹੋਣ ਲੱਗਦੀ ਹੈ ਕਿ ਕਿੱਥੇ ਮੈਂ, ਕਿੱਥੇ ਇਹ ਯੂਨੀਵਰਸਿਟੀ। ਪਰ ਦੂਜੇ ਪਾਸੇ ਉਸਦੇ ਮਨ ਵਿੱਚ ਨਿਰੰਗ ਵੱਲੋਂ ਦਿੱਤਾ ਹੌਸਲਾ ਤੇ ਉਸ ਨੇਕ ਦਿਲ ਅਫਸਰ ਦਾ ਖਿਆਲ ਆਸ ਦੀ ਕਿਰਨ ਜਗਾ ਦਿੰਦਾ ਹੈ। ਦੋਨੋਂ ਜਣੇ ਬਰਾੜ ਸਾਹਿਬ ਦੇ ਦਫ਼ਤਰ ਸਾਹਮਣੇ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਦੇ ਹਨ। ਚਰਨ ਦਾ ਦਿਲ ਤੇਜ਼ ਧੜਕ ਰਿਹਾ ਹੁੰਦਾ ਹੈ। ਜਦ ਨੂੰ ਬਰਾੜ ਸਾਹਿਬ ਆਪਣੀ ਕਾਰ ਪਾਰਕ ਕਰਕੇ ਦਫ਼ਤਰ ਵੱਲ ਨੂੰ ਆਉਂਦੇ ਨਜ਼ਰੀ ਪੈਂਦੇ ਹਨ, ਚਰਨ ਸਿੰਘ ਇੱਕ ਟਿਕ ਉਹਨਾਂ ਵੱਲ ਦੇਖਣ ਲੱਗਦਾ ਹੈ। ਉੱਚਾ ਲੰਮਾ ਕੱਦ, ਵਧੀਆ ਕੱਪੜੇ, ਕਾਫੀ ਕਲਰ ਦੀ ਪੱਗ, ਰੂਪਦਾਰ ਪਰਸਨੈਲਿਟੀ ਦੇ ਮਾਲਕ ਬਰਾੜ ਸਾਹਿਬ ਜਦੋਂ ਨਿਰੰਗ ਨੂੰ ਦੇਖਦੇ ਹਨ ਤਾਂ ਆਪਣੇ ਦਫ਼ਤਰ ਦੇ ਅੰਦਰ ਜਾਣ ਦੀ ਬਜਾਏ ਸਿੱਧਾ ਉਸ ਕੋਲ ਆ ਕੇ ਉਸਦੇ ਮੋਢੇ 'ਤੇ ਹੱਥ ਰੱਖ ਕੇ ਪੁੱਛਦੇ ਹਨ, ਹੋਰ ਨਿਰੰਗ ਜੀ, ਕਿਵੇਂ ਹੋ? ਘਰ ਪਰਿਵਾਰ ਸਭ ਠੀਕ ਹੈ? ਨਿਰੰਗ ਇਸ ਤੋਂ ਪਹਿਲਾਂ ਕੁਝ ਕਹਿੰਦਾ ਤਾਂ ਉਹ ਦੋਨਾਂ ਨੂੰ ਦਫ਼ਤਰ ਵਿੱਚ ਬੁਲਾ ਲੈਂਦੇ ਹਨ। ਬੜੇ ਸਤਿਕਾਰ ਨਾਲ ਕੁਰਸੀਆਂ 'ਤੇ ਬੈਠਣ ਲਈ ਕਹਿੰਦੇ ਹਨ। ਨਿਰੰਗ ਤੇ ਚਰਨ ਦੋਨੋਂ ਝਿਜਕਦੇ ਹੋਏ ਕੁਰਸੀਆਂ 'ਤੇ ਬੈਠ ਜਾਂਦੇ ਹਨ। ਬਰਾੜ ਸਾਹਿਬ ਆਪ ਹੀ ਚਰਨ ਬਾਰੇ ਪੁੱਛ ਲੈਂਦੇ ਹਨ ਕਿ ਸਾਹਿਬ ਕੌਣ ਹਨ? ਤਾਂ ਨਿਰੰਗ ਦੱਸਦਾ ਹੈ, ਜੀ ਮੇਰੇ ਪਿੰਡੋਂ ਮੇਰਾ ਦੋਸਤ ਹੈ। ਬਰਾੜ ਸਾਹਿਬ ਕਹਿੰਦੇ ਹਨ, ਅੱਛਾ ਜੀ। ਤਾਂ ਨਿਰੰਗ ਅੱਗੇ ਕਹਿੰਦਾ ਹੈ, ਜੀ ਇਸ ਵਿਚਾਰੇ 'ਤੇ ਗਰੀਬੀ ਦੀ ਮਾਰ ਪੈ ਗਈ ਹੈ ਜੀ। ਜੇਕਰ ਇਸ ਨੂੰ ਕੋਈ ਕੰਮ, ਕਿਉਂਕਿ ਇਸ ਕੋਲ ਰਹਿਣ ਨੂੰ ਵੀ ਜਗ੍ਹਾ ਨਹੀਂ ਹੈ। ਤਾਂ ਅਜੇ ਨਿਰੰਗ ਆਪਣੀ ਗੱਲ ਪੂਰੀ ਹੀ ਕਰਦਾ ਸੀ ਕਿ ਬਰਾੜ ਸਾਹਿਬ ਫੌਰਨ ਬਾਹਰੋਂ ਮੁੰਡੇ ਨੂੰ ਆਵਾਜ਼ ਮਾਰਦੇ ਹਨ ਤੇ ਪੁੱਛਦੇ ਹਨ ਕਿ ਜੋ ਮੁੰਡਾ ਕੁਝ ਦਿਨ ਪਹਿਲਾਂ ਕੰਮ 'ਤੇ ਰੱਖਿਆ ਸੀ, ਉਹ ਵਾਪਸ ਆਇਆ ਕਿ ਨਹੀਂ? ਤਾਂ ਮੁੰਡਾ ਦੱਸਦਾ ਹੈ, ਨਹੀਂ ਜੀ, ਉਹ ਨਹੀਂ ਆਇਆ। ਤਾਂ ਬਰਾੜ ਸਾਹਿਬ ਕਹਿੰਦੇ ਹਨ, ਲਓ ਜੀ, ਕੰਮ 'ਤੇ ਤਾਂ ਤੁਹਾਨੂੰ ਅੱਜ ਹੀ ਲਗਾ ਦਿੱਤਾ, ਹੋਰ ਕੋਈ ਸੇਵਾ ਦੱਸੋ ਮੇਰੇ ਲਈ। ਤਾਂ ਦੋਨੋਂ ਹੱਥ ਜੋੜ ਦਿੰਦੇ ਹਨ। ਬਰਾੜ ਸਾਹਿਬ ਉਸ ਮੁੰਡੇ ਨੂੰ ਕੰਮ ਸਮਝਾਉਣ ਬਾਰੇ ਕਹਿ ਦਿੰਦੇ ਹਨ ਤੇ ਚਰਨ ਸਿੰਘ ਨੂੰ ਕਹਿੰਦੇ ਹਨ ਕਿ ਸ਼ਾਮ ਨੂੰ ਜਾਂਦਾ ਹੋਇਆ ਮੈਨੂੰ ਇੱਕ ਵਾਰ ਮਿਲ ਕੇ ਜਾਵੀਂ। ਇਸ ਤਰ੍ਹਾਂ ਚਰਨ ਦਾ ਯੂਨੀਵਰਸਿਟੀ ਵਿੱਚ ਕੰਮ ਦਾ ਪਹਿਲਾ ਦਿਨ ਸ਼ੁਰੂ ਹੋ ਜਾਂਦਾ ਹੈ। ਨਿਰੰਗ ਆਪਣੇ ਕੰਮ 'ਤੇ ਲੱਗ ਜਾਂਦਾ ਹੈ, ਜੋ ਨਾਲ ਦੇ ਡਿਪਾਰਟਮੈਂਟ ਵਿੱਚ ਹੁੰਦਾ ਹੈ। ਸ਼ਾਮ ਚਰਨ ਤੇ ਨਿਰੰਗ ਫਿਰ ਬਰਾੜ ਸਾਹਿਬ ਦੇ ਕਹੇ ਅਨੁਸਾਰ ਉਹਨਾਂ ਦੇ ਦਫ਼ਤਰ ਚਲੇ ਜਾਂਦੇ ਹਨ। ਤਾਂ ਬਰਾੜ ਸਾਹਿਬ ਦੱਸਦੇ ਹਨ ਕਿ ਮੈਂ ਵਿਭਾਗ ਨੂੰ ਚਿੱਠੀ ਲਿਖ ਦਿੱਤੀ ਹੈ। ਇਸ ਬੰਦੇ ਦੀ ਡਿਊਟੀ ਦੀ ਰਾਤ ਨੂੰ ਵੀ ਲੋੜ ਹੈ, ਸੋ ਤੁਹਾਡੀ ਹੁਣ ਰਹਿਣ ਦੀ ਟੈਨਸ਼ਨ ਵੀ ਖਤਮ। ਕੱਲ੍ਹ ਨੂੰ ਆਪਣਾ ਸਮਾਨ ਲੈ ਆਉਣਾ ਤੇ ਆਪਣੀ ਜੇਬ ਵਿੱਚੋਂ ਕੁਝ ਪੈਸੇ ਕੱਢ ਕੇ ਦੇ ਦਿੰਦੇ ਹਨ ਤੇ ਕਹਿੰਦੇ ਹਨ ਕਿ ਇਸ ਨਾਲ ਆਪਣਾ ਕੁਝ ਰਾਸ਼ਨ ਤੇ ਜ਼ਰੂਰੀ ਸਮਾਨ ਲੈ ਆਵੀਂ। ਚਰਨ ਸਿੰਘ ਉਹਨਾਂ ਦੇ ਪੈਰੀ ਹੱਥ ਲਗਾਉਣ ਲੱਗਦਾ ਹੈ ਤਾਂ ਉਹ ਉਸ ਨੂੰ ਜੱਫੀ ਵਿੱਚ ਘੁੱਟ ਲੈਂਦੇ ਹਨ। ਚਰਨ ਦੀਆਂ ਅੱਖਾਂ 'ਚੋਂ ਅੱਜ ਪਹਿਲੀ ਵਾਰ ਸ਼ਾਇਦ ਖੁਸ਼ੀ ਦੇ ਹੰਝੂ ਜਾਂ ਕਿਸੇ ਵੱਲੋਂ ਮਿਲੇ ਮਣਾ ਮੂੰਹ ਸਤਿਕਾਰ ਦਾ ਵਰਣਨ ਸੀ, ਜਾਂ ਫਿਰ ਬਰਾੜ ਸਾਹਿਬ ਉਹਨਾਂ ਦੇਵਤਾ ਦਾ ਰੂਪ ਲੱਗਾ ਜਿਨ੍ਹਾਂ ਦਾ ਉਪਕਾਰ ਸ਼ਾਇਦ ਉਹ ਆਪਣੇ ਹੰਝੂਆਂ ਨਾਲ ਚੁਕਾ ਰਿਹਾ ਸੀ। ਤਾਂ ਬਰਾੜ ਸਾਹਿਬ ਚਰਨ ਦਾ ਮੋਢਾ ਥੱਪਤ ਪਾਉਂਦੇ ਹੋਏ ਹੌਸਲਾ ਰੱਖਣ ਲਈ ਕਹਿੰਦੇ ਹਨ। ਦੋਨੋਂ ਹੱਥ ਜੋੜ ਵਾਪਸ ਘਰ ਆ ਜਾਂਦੇ ਹਨ। ਅਗਲੇ ਦਿਨ ਚਰਨ ਨਿਰੰਗ ਦਾ ਧੰਨਵਾਦ ਕਰਦਾ ਹੈ ਤੇ ਉਸ ਤੋਂ ਇਜਾਜ਼ਤ ਲੈ ਆਪਣੀ ਘਰਵਾਲੀ ਤੇ ਸੁਰਿੰਦਰ ਨੂੰ ਨਾਲ ਰਹਿਣ ਲਈ ਯੂਨੀਵਰਸਿਟੀ ਚਲਾ ਜਾਂਦਾ ਹੈ। ਸਭ ਤੋਂ ਪਹਿਲਾਂ ਉਹ ਉਹਨਾਂ ਨੂੰ ਬਰਾੜ ਸਾਹਿਬ ਨਾਲ ਮਨਾਉਣਾ ਚਾਹੁੰਦਾ ਹੈ ਤਾਂ ਜੋ ਉਹ ਵੀ ਉਸ ਦੇਵਤਾ ਦੇ ਦਰਸ਼ਨ ਕਰ ਸਕਣ ਜਿਸ ਨੂੰ ਸਾਰੇ ਯੂਨੀਵਰਸਿਟੀ ਦੇ ਮੁਲਾਜ਼ਮ ਆਪਣਾ ਦੇਵਤਾ ਜਾਂ ਰੱਬ ਮੰਨਦੇ ਹਨ। ਯੂਨੀਵਰਸਿਟੀ ਦੇ ਮੁਲਾਜ਼ਮਾਂ 'ਚ ਇੱਕ ਗੱਲ ਆਮ ਸੁਣਨ ਨੂੰ ਮਿਲਦੀ ਹੈ ਕਿ ਜਿਸ ਕਿਸੇ ਨੂੰ ਬਰਾੜ ਸਾਹਿਬ ਸਵੇਰੇ ਮਿਲ ਜਾਣ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰਦਾ ਹੈ।
ਸ਼ਾਇਦ ਇਹ ਸਾਰਿਆਂ ਦਾ ਉਹਨਾਂ ਪ੍ਰਤੀ ਪਿਆਰ ਤੇ ਸਤਿਕਾਰ ਸੀ, ਕਿਉਂਕਿ ਉਹ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਕਰਦੇ ਤੇ ਯੂਨੀਵਰਸਿਟੀ ਦੇ ਸਾਰੇ ਮੁਲਾਜ਼ਮਾਂ ਨੂੰ ਆਪਣਾ ਪਰਿਵਾਰ ਮੰਨਦੇ ਸੀ। ਉਹ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਤੇ ਆਪਣੇ ਮੁਲਾਜ਼ਮਾਂ ਦੇ ਹੱਕਾਂ ਲਈ ਵੱਡੇ ਅਫਸਰਾਂ ਤੇ ਸਰਕਾਰਾਂ ਨਾਲ ਲੜਦੇ। ਜਿੰਨੀ ਦੇਰ ਉਹਨਾਂ ਦੇ ਇੰਪਲੋਇਜ਼ ਨੂੰ ਭੱਤੇ ਜਾਂ ਤਨਖਾਹ ਨਾ ਮਿਲਦੀ, ਉਹ ਖੁਦ ਵੀ ਸਰਕਾਰੀ ਸੁਵਿਧਾ ਨਾ ਲੈਂਦੇ। ਇਹਨਾਂ ਮੁਲਾਜ਼ਮਾਂ ਦੇ ਹੱਕ ਦਿਵਾਉਣ ਕਰਕੇ ਉਹਨਾਂ ਨੇ ਆਪਣੀ ਤਰੱਕੀ ਦੇ ਵੀ ਕਈ ਮੌਕੇ ਹੱਥੋਂ ਜਾਣ ਦਿੱਤੇ। ਬਸ ਆਪਣੀ ਜ਼ਮੀਰ ਨੂੰ ਜਾਗਦੇ ਰੱਖਿਆ ਤੇ ਕਿਸੇ ਨਾਲ ਧੱਕਾ ਨਾ ਹੋਣ ਦਿੱਤਾ। ਇਹੋ ਜਿਹੇ ਅਫਸਰ ਫਿਰ ਉਹਨਾਂ ਦੇ ਮੁਲਾਜ਼ਮਾਂ ਲਈ ਰੱਬ ਤੋਂ ਘੱਟ ਥੋੜ੍ਹੀ ਹੁੰਦੇ ਆ। ਇਹੀ ਸਭ ਪਹਿਲੀ ਮਿਲਣੀ ਚਰਨ ਵੀ ਮਹਿਸੂਸ ਕਰ ਗਿਆ ਸੀ, ਜਦੋਂ ਬਰਾੜ ਸਾਹਿਬ ਨੇ ਉਸਨੂੰ ਆਪਣੀ ਜੇਬ ਵਿੱਚੋਂ ਪੈਸੇ ਦਿੱਤੇ ਸਨ, ਕਿਉਂਕਿ ਅਫਸਰ ਤਾਂ ਲੋਕਾਂ ਦੀਆਂ ਜੇਬ 'ਚੋਂ ਪੈਸੇ ਕਢਵਾਉਣ ਲਈ ਜਾਣੇ ਜਾਂਦੇ ਨੇ। ਇਹੋ ਜਿਹਾ ਅਫਸਰ ਉਸਨੇ ਪਹਿਲੀ ਵਾਰ ਦੇਖਿਆ ਸੀ। ਯੂਨੀਵਰਸਿਟੀ ਦੇ ਗੇਟ 'ਤੇ ਪਹੁੰਚਣ 'ਤੇ ਚਰਨ ਦੀਆਂ ਸੋਚਾਂ ਦੀ ਲੜੀ ਟੁੱਟ ਜਾਂਦੀ ਹੈ ਤੇ ਉਹ ਸਿੱਧਾ ਬਰਾੜ ਸਾਹਿਬ ਦੇ ਦਫ਼ਤਰ ਵੱਲ ਚਲਾ ਜਾਂਦਾ ਹੈ। ਦੋਨੋਂ ਹੱਥ ਜੋੜ ਸਤਿ ਸ਼੍ਰੀ ਅਕਾਲ ਬੁਲਾ ਜਦੋਂ ਚਰਨ ਮਨਜੀਤ ਤੇ ਸੁਰਿੰਦਰ ਨੂੰ ਬਰਾੜ ਸਾਹਿਬ ਨਾਲ ਮਿਲਾਉਂਦਾ ਹੈ ਤਾਂ ਬਰਾੜ ਸਾਹਿਬ ਸੁਰਿੰਦਰ ਨੂੰ ਆਪਣੀ ਧੀ ਵਾਂਗ ਬਹੁਤ ਸਾਰਾ ਪਿਆਰ ਦਿੰਦੇ ਹੋਏ ਸਿਰ ਪਲੋਸਦੇ ਹਨ ਤੇ ਸੁਰਿੰਦਰ ਨੂੰ ਯੂਨੀਵਰਸਿਟੀ ਦੇ ਸਕੂਲ ਵਿੱਚ ਦਾਖਲ ਕਰਵਾਉਣ ਲਈ ਕਹਿੰਦੇ ਹਨ ਤੇ ਚਰਨ ਕਹੇ ਅਨੁਸਾਰ ਸੁਰਿੰਦਰ ਦਾ ਦਾਖਲਾ ਕਰਵਾ ਦਿੰਦਾ ਹੈ ਤੇ ਸੁਰਿੰਦਰ ਬਾਕੀ ਬੱਚਿਆਂ ਵਾਂਗ ਸਕੂਲ ਜਾਣ ਲੱਗਦੀ ਹੈ। ਇਸ ਤਰ੍ਹਾਂ ਕਰਦੇ ਚਰਨ ਸਿੰਘ ਦੀ ਜ਼ਿੰਦਗੀ ਦੀ ਗੱਡੀ ਰੁੜਨ ਲੱਗਦੀ ਹੈ। ਸਮਾਂ ਆਪਣੀ ਚਾਲ ਚੱਲਦਾ ਤੇ ਨਸੀਬ ਆਪਣਾ ਕਾਲਾ ਜਾਦੂ ਚਲਾਉਂਦਾ ਹੈ। ਦੋਨੋਂ ਇੱਕ ਦੂਜੇ ਦੀ ਨਹੀਂ ਸੁਣਦੇ ਤੇ ਨਾ ਹੀ ਹਾਰ ਮੰਨਦੇ ਹਨ। ਸਮਾਂ ਕਹਿੰਦਾ ਹੈ ਮੈਂ ਬਲਵਾਨ ਹਾਂ, ਪਰ ਨਸੀਬ ਕਹਿੰਦਾ ਮੈਨੂੰ ਅੱਖ ਪਰੋਖੇ ਕਰਕੇ ਤਾਂ ਦੇਖ। ਸਮਾਂ ਤੂੰ ਤਾਂ ਬਦਲਦਾ ਰਹਿੰਦਾ, ਪਰ ਜੋ ਨਸੀਬ ਲਿਖਿਆ ਹੁੰਦਾ ਉਸਨੂੰ ਕੌਣ ਬਦਲ ਸਕਦਾ। ਇਸ ਤਰ੍ਹਾਂ ਦੀ ਕੁਝ ਚਰਨ ਦੀ ਜ਼ਿੰਦਗੀ ਵਿੱਚ ਵਾਪਰਦਾ ਹੈ, ਜਿਸ ਨਾਲ ਸੁਰਿੰਦਰ ਦੀ ਪੂਰੀ ਜ਼ਿੰਦਗੀ ਤਹਿਸ਼ ਨਹਿਸ਼ ਹੋ ਜਾਂਦੀ ਹੈ। ਇਸ ਵਾਰ ਚਰਨ ਦੀ ਘਰਵਾਲੀ ਉਮੀਦ ਤੋਂ ਸੀ। ਚਰਨ ਬਹੁਤ ਖੁਸ਼ ਸੀ ਕਿ ਚਲੋ ਕੰਮ ਅਤੇ ਪੱਕੇ ਟਿਕਾਣੇ ਵਾਲੀ ਮੁਸ਼ਕਿਲ ਤਾਂ ਹੱਲ ਹੋ ਗਈ ਹੈ। ਕੀ ਪਤਾ ਰੱਬ ਇਸ ਵਾਰ ਪੁੱਤ ਵੀ ਦੇ ਦੇਵੇ। ਇਹੋ ਜਿਹੀਆਂ ਸੋਚਾਂ ਸੋਚਦਾ ਦਿਨ ਰਾਤ ਕੰਮ ਕਰਦਾ ਨਾ ਥੱਕਦਾ, ਪਰ ਰੱਬ ਤਾਂ ਆਪਣਾ ਕੁਝ ਹੋਰ ਹੀ ਤਾਣਾ ਬੁਣੀ ਬੈਠਾ ਸੀ। ਚਰਨ ਦੀ ਘਰਵਾਲੀ ਇੱਕ ਬੇਟੀ ਨੂੰ ਜਨਮ ਦਿੰਦੀ ਹੈ ਤੇ ਜਨਮ ਦਿਨ ਸਾਲ ਆਪ ਰੱਬ ਨੂੰ ਪਿਆਰੀ ਹੋ ਜਾਂਦੀ ਹੈ। ਚਰਨ ਤੇ ਜਨੀ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਸਮੇਂ ਦੀ ਮਾਰ ਚੱਲਦਾ ਚਰਨ ਨਸੀਬ ਹੱਥੋਂ ਲੁੱਟ ਜਾਂਦਾ ਹੈ। ਉਹ ਦਿਨ ਰਾਤ ਰੱਬ ਨੂੰ ਉਲਾਂਭੇ ਦਿੰਦਾ ਹੈ, ਜਿਸ ਨੇ 2 ਧੀਆਂ ਤਾਂ ਦੇ ਦਿੱਤੀਆਂ, ਪਰ ਪਾਲਣ ਵਾਲੀ ਮਾਂ ਤੇ ਜੀਵਨ ਸਾਥਣ ਸਦਾ ਲਈ ਖੋਹ ਲਈ। ਕਿਸਮਾਂ ਦੀ ਮਾਰ ਸਹਿੰਦਾ ਹੋਇਆ ਬੇਜਾਨ ਹੋਇਆ, ਜਿਵੇਂ ਕਿਸੇ ਨੇ ਨਿਚੋੜ ਕੇ ਰੂਹ ਬਾਹਰ ਕੱਢ ਲਈ ਹੋਵੇ। ਕੁੜੀਆਂ ਕਰਕੇ ਉਸੇ ਤਰ੍ਹਾਂ ਸਰੀਰ ਤੋੜਵੀਂ ਮਿਹਨਤ ਕਰਦਾ, ਨਾਲ ਨਾਲ ਕੁੜੀਆਂ ਨੂੰ ਪਾਲ ਤੇ ਪੜ੍ਹਾ ਵੀ ਰਿਹਾ ਹੁੰਦਾ। ਬਰਾੜ ਸਾਹਿਬ ਨੇ ਉਸਦੇ ਦੁੱਖ ਤੇ ਮਜਬੂਰੀ ਨੂੰ ਸਮਝਦੇ ਹੋਏ ਵਿਭਾਗ ਨੂੰ ਉਸਦੀ ਮਿਹਨਤ ਤੇ ਕੰਮ ਦਾ ਵੇਰਵਾ ਦਿੰਦੇ ਹੋਏ ਪੱਕੇ ਕਰਵਾਉਣ ਲਈ ਸਿਫਾਰਿਸ਼ ਕਰ ਦਿੱਤੀ ਸੀ, ਤਾਂ ਜੋ ਧੀਆਂ ਦਾ ਬਾਪ ਰੁਜ਼ਗਾਰ ਪੱਖੋਂ ਮਾਰ ਨਾ ਖਾਵੇ। ਥੋੜ੍ਹੇ ਸਮੇਂ ਬਾਅਦ ਚਰਨ ਸਿੰਘ ਪੱਕਾ ਕਾਮਾ ਬਣ ਗਿਆ ਸੀ। ਹੁਣ ਸੁਰਿੰਦਰ ਥੋੜ੍ਹੀ ਵੱਡੀ ਹੋ ਗਈ ਤੇ ਉਸ ਉੱਤੇ ਘਰ ਦੀ ਜ਼ਿੰਮੇਵਾਰੀ ਆ ਗਈ। ਸੁਰਿੰਦਰ ਰੋਟੀ ਟੁੱਕ ਕਰਦੀ, ਨਾਲ ਨਾਲ ਆਪਣੀ ਛੋਟੀ ਭੈਣ ਤੇਜਿੰਦਰ ਨੂੰ ਵੀ ਸਾਂਭਦੀ। ਸਾਰਾ ਦਿਨ ਘਰ ਦੇ ਕੰਮਾਂ ਵਿੱਚ ਰੁਲੀ ਰਹਿੰਦੀ, ਪਰ ਆਪਣੀ ਛੋਟੀ ਭੈਣ ਦਾ ਇੱਕ ਮਾਂ ਵਾਂਗ ਧਿਆਨ ਰੱਖਦੀ। ਨਾ ਹੀ ਉਸ ਤੋਂ ਕੋਈ ਕੰਮ ਕਰਵਾਉਂਦੀ, ਚਾਹੇ ਆਪ ਕਿੰਨੀ ਔਖੀ ਕਿਉਂ ਨਾ ਹੋ ਜਾਂਦੀ। ਘਰ ਦੇ ਹਾਲਾਤਾਂ ਕਰਕੇ ਉਸ ਦੀਆਂ ਕਈ ਕਲਾਸਾਂ 'ਤੇ ਸਾਲ ਖਰਾਬ ਹੋ ਗਏ, ਕਿਉਂਕਿ ਉਸ ਨੂੰ ਪੜ੍ਹਨ ਦਾ ਸਮਾਂ ਨਾ ਮਿਲਦਾ, ਜਿਸ ਕਰਕੇ ਬਹੁਤੀਆਂ ਜਮਾਤਾਂ ਉਸ ਨੂੰ 2 ਸਾਲਾਂ ਵਿੱਚ ਕਰਨੀਆਂ ਪਈਆਂ। ਜਦ ਤੱਕ ਉਸਨੇ 10ਵੀਂ ਦੀ ਪੜ੍ਹਾਈ ਪੂਰੀ ਕੀਤੀ, ਉਸ ਦੀ ਉਮਰ 20 ਸਾਲ ਹੋ ਚੁੱਕੀ ਸੀ। ਘਰ ਦੀਆਂ ਜ਼ਿੰਮੇਵਾਰੀਆਂ ਨੇ ਉਸ ਨੂੰ ਉਮਰ ਨਾਲੋਂ ਵੀ ਵੱਧ ਸਿਆਣੀ ਕਰ ਦਿੱਤਾ ਸੀ। ਘਰ ਦੀ ਮਜਬੂਰੀ ਸਮਝਦੀ ਹੋਈ ਤੇ ਆਪਣੀ ਭੈਣ ਨੂੰ ਪੜ੍ਹ ਲਿਖ ਕੇ ਕੁਝ ਬਣਾਉਣ ਕਰਕੇ ਆਪਣੀਆਂ ਖਵਾਇਸ਼ਾਂ ਦਾ ਗਲਾ ਘੁੱਟ ਲਿਆ। ਚਰਨ ਸਿੰਘ ਦੀ ਇੱਛਾ ਦੇ ਬਾਵਜੂਦ ਵੀ ਉਹ ਅੱਗੇ ਨਾ ਪੜ੍ਹ ਸਕੀ, ਜਾਂ ਇੱਦਾਂ ਕਹਿ ਲਓ ਉਸਨੇ ਆਪ ਹੀ ਕੁਰਬਾਨੀ ਦਿੰਦੇ ਹੋਏ ਆਪਣੇ ਪਾਪਾ ਨੂੰ ਪੜ੍ਹਨ ਤੋਂ ਮਨ੍ਹਾ ਕਰ ਦਿੱਤਾ। ਸਮਾਂ ਬੀਤਦਾ ਗਿਆ। ਹੁਣ ਤੇਜਿੰਦਰ ਨੇ ਵੀ 10ਵੀਂ ਪਾਸ ਕਰ ਲਈ ਸੀ ਤੇ ਚਰਨ ਨੂੰ ਹੁਣ ਦੋਨੋਂ ਜਵਾਨ ਕੁੜੀਆਂ ਦਾ ਫਿਕਰ ਵੱਡ-ਵੱਡ ਖਾਂਦਾ ਕਿ ਦੋਨੋਂ ਆਪਣੀ ਇੱਜ਼ਤ ਲੈ ਸਮੇਂ ਸਿਰ ਆਪਣੇ ਘਰ ਜਾਣ। ਇਸ ਲਈ ਉਸਨੇ ਸੁਰਿੰਦਰ ਲਈ ਰਿਸ਼ਤੇ ਦੇਖਣੇ ਸ਼ੁਰੂ ਕੀਤੇ। ਜੇ ਕੋਈ ਵਧੀਆ ਰਿਸ਼ਤਾ ਆਉਂਦਾ ਤਾਂ ਉਹ ਕੁੜੀ ਦੀ ਪੜ੍ਹਾਈ ਦੇ ਇੱਕ ਜਵਾਬ ਦੇ ਜਾਂਦੇ, ਕਿਉਂਕਿ ਹਰ ਕੋਈ ਵੱਧ ਪੜ੍ਹੀ ਲਿਖੀ ਕੁੜੀ ਭਾਲਦਾ ਸੀ। ਤਾਂ ਅਖੀਰ ਅਖਬਾਰ ਰਾਹੀਂ ਇੱਕ ਮੁੰਡੇ ਦੀ ਦੱਸ ਪਈ। ਮੁੰਡੇ ਹੁਣੇ 2 ਭਰਾ ਹੁੰਦੇ ਹਨ, ਪਰ ਜ਼ਮੀਨ ਘੱਟ ਹੁੰਦੀ ਹੈ। ਮੁੰਡਾ ਪੜ੍ਹਿਆ ਲਿਖਿਆ ਕਰਕੇ ਇੱਕ ਪਰਿਵਾਰ ਛੋਟਾ ਕਰਕੇ ਸੁਰਿੰਦਰ ਦਾ ਰਿਸ਼ਤਾ ਕਰ ਦਿੱਤਾ ਜਾਂਦਾ ਹੈ। ਪਰ ਕਹਿੰਦੇ ਹੁੰਦੇ ਨੇ ਜਿੱਥੇ ਮਰਜ਼ੀ ਚਲੇ ਜਾਓ, ਕਿਸਮਤ ਨਹੀਂ ਬਦਲਦੀ। ਵਿਆਹ ਦੀ ਪਹਿਲੀ ਰਾਤ ਹੀ ਸੁਰਿੰਦਰ ਦਾ ਘਰ ਵਾਲਾ ਸ਼ਰਾਬ ਨਾਲ ਰੱਜ ਕੇ ਆਉਂਦਾ ਹੈ ਤੇ ਸੁਰਿੰਦਰ ਨੂੰ ਗਾਲੀ ਗਲੋਚ ਕਰਦਾ ਹੋਇਆ ਬੇਸੁਰਤ ਹੋ ਕੇ ਡਿੱਗ ਪੈਂਦਾ ਹੈ। ਸੁਰਿੰਦਰ ਨੂੰ ਬੁਰੀ ਤਰ੍ਹਾਂ ਸਦਮਾ ਲੱਗਦਾ ਹੈ। ਦੁੱਖਾਂ ਦਾ ਮਾਰੀ ਸੁਰਿੰਦਰ ਉਸਦੇ ਬੂਟ ਖੋਲ ਇੱਕ ਪਾਸੇ ਰੱਖ ਦਿੰਦੀ ਹੈ ਤੇ ਥੋੜ੍ਹਾ ਕੋਸ਼ਿਸ਼ ਕਰਕੇ ਲੱਤਾਂ ਬੈੱਡ 'ਤੇ ਸਿੱਧੀਆਂ ਕਰ ਦਿੰਦੀ ਹੈ।
ਤੇ ਆਪਣੀ ਨਸੀਬ ਨੂੰ ਕੋਸਦੀ ਹੈ। ਸ਼ਾਇਦ ਇਹੀ ਕੁੜੀਆਂ ਦੀ ਕਿਸਮਤ ਹੈ। ਸਬਰ ਕਰ ਚੁੱਪ ਦਾ ਘੁੱਟ ਭਰ ਲੈਂਦੀ ਹੈ, ਕਿਉਂਕਿ ਜੇ ਦੱਸਦੀ ਵੀ ਕਿਸ ਨੂੰ। ਪਿਓ ਤਾਂ ਪਹਿਲਾਂ ਹੀ ਦੁੱਖਾਂ ਦੀ ਮਾਰ ਚੱਲ ਰਿਹਾ ਸੀ। ਮਾਂ ਜੋ ਸਦਾ ਲਈ ਰੁਖਸਤ ਹੋ ਗਈ ਸੀ। ਭੈਣ ਅਜੇ ਛੋਟੀ ਸੀ, ਕੀ ਕਰਦੀ, ਕਿੱਥੇ ਜਾਂਦੀ। ਗੁੰਮਸੁੰਮ ਹੋਈ ਦਿਨ ਕਟਿਆ ਕਰਦੀ ਹੈ। ਸਮਾਂ ਬੀਤਦਾ ਗਿਆ। ਸੁਰਿੰਦਰ ਦੇ ਵਿਆਹ ਨੂੰ 3 ਮਹੀਨੇ ਬੀਤ ਗਏ। ਲੋਕਾਂ ਦੀਆਂ ਨਜ਼ਰਾਂ 'ਚ ਵਿਆਹੀ, ਪਰ ਅਸਲੀਅਤ ਪੱਖੋਂ ਤਨ ਮਨ ਤੋਂ ਕੁਆਰੀ ਹੀ ਹੁੰਦੀ ਹੈ। ਜਦ ਇਸ ਗੱਲ ਦੀ ਖਬਰ ਉਸਦੀ ਸੱਸ ਨੂੰ ਪਤਾ ਚੱਲਦੀ ਹੈ ਤਾਂ ਉਹ ਆਪਣੇ ਮੁੰਡੇ ਨੂੰ ਦੋਸ਼ ਦੇਣ ਦੀ ਬਜਾਏ ਸੁਰਿੰਦਰ ਨੂੰ ਬੁਰਾ ਭਲਾ ਕਹਿਣ ਲੱਗਦੀ। ਪਰ ਸੁਰਿੰਦਰ ਕਹੇ ਵੀ ਤਾਂ ਕੀ ਕਹੇ ਜਵਾਬ ਵਿੱਚ। ਕਹਿੰਦੇ ਹਨ, ਜੇ ਔਰਤ ਘਰ ਦਾ ਦਰਵਾਜ਼ਾ ਪਾਰ ਕਰੇ ਤਾਂ ਉਸਨੂੰ ਮਰਿਆਦਾ ਦੀ ਉਲੰਘਣਾ ਕਰਨ 'ਤੇ ਚਰਿੱਤਰਹੀਨ ਆਖਿਆ ਜਾਂਦਾ, ਤੇ ਜਦ ਘਰ ਦੀ ਮਰਿਆਦਾ 'ਚ ਹੀ ਉਸਦੇ ਆਪਣੇ ਹੀ ਉਸ ਨਾਲ ਗਲਤ ਕਰਨ ਤਾਂ ਫਿਰ ਉਹ ਇੱਜ਼ਤਦਾਰ ਹੀ ਰਹਿੰਦੇ ਹਨ। ਤੇ ਔਰਤ ਜੋ ਜ਼ੁਲਮ ਸਹਿੰਦੀ ਹੈ ਉਹ ਚਰਿੱਤਰਹੀਨ, ਕਿਉਂਕਿ ਉਸਦੇ ਚਰਿੱਤਰ ਦਾ ਸਰਟੀਫਿਕੇਟ ਸਮਾਜ ਦੇ ਲੋਕਾਂ ਨੇ ਜੋ ਦੇਣਾ ਹੁੰਦਾ ਹੈ। ਅਜਿਹਾ ਹੀ ਕੁਝ ਸੁਰਿੰਦਰ ਨਾਲ ਹੁੰਦਾ ਹੈ। ਜਦ ਇੱਕ ਦਿਨ ਉਸਦੀ ਮਾਂ ਸਰੂਪ ਸੱਸ ਦੀ ਰਜ਼ਾਮੰਦੀ ਨਾਲ ਸੁਰਿੰਦਰ ਦਾ ਦਿਓਰ ਉਸ ਨਾਲ ਇੱਕ ਕਮਰੇ 'ਚ ਰਹਿੰਦਾ ਹੈ, ਜਿਸ ਦਾ ਸੁਰਿੰਦਰ ਪਹਿਲਾਂ ਤਾਂ ਵਿਰੋਧ ਕਰਦੀ ਹੈ, ਪਰ ਬਾਅਦ ਵਿੱਚ ਸਭ ਚੁੱਪ ਕਰਕੇ ਸਹਿ ਲੈਂਦੀ ਹੈ, ਕਿਉਂਕਿ ਉਹ ਇਹ ਦੱਸੇ ਵੀ ਤਾਂ ਕਿਸ ਨੂੰ। ਤਾਂ 2 ਮਹੀਨਿਆਂ ਬਾਅਦ ਸੁਰਿੰਦਰ ਨੂੰ ਆਪਣੇ ਅੰਦਰ ਇੱਕ ਹਲਚਲ ਮਹਿਸੂਸ ਹੁੰਦੀ ਹੈ। ਤਾਂ ਜਦੋਂ ਇਸ ਸੰਬੰਧੀ ਗੱਲ ਸੱਸ ਨਾਲ ਕਰਦੀ ਆ ਤਾਂ ਸੱਸ ਅੱਗੇ ਉਹ ਬੁਰਾ ਭਲਾ ਆਖਦੀ ਹੈ ਤੇ ਨਾਲ ਹੀ ਇਹਨੂੰ ਘਰ ਛੱਡ ਕੇ ਕਿਰਾਏ 'ਤੇ ਰਹਿਣ ਲਈ ਹਦਾਇਤ ਕਰ ਦਿੰਦੀ ਹੈ, ਕਿਉਂਕਿ ਹੁਣ ਉਸਦੇ ਦਿਓਰ ਦਾ ਵਿਆਹ ਜੋ ਪੱਕਾ ਕਰ ਦਿੱਤਾ ਗਿਆ ਹੈ, ਕਿਉਂਕਿ ਹੁਣ ਉਹ ਇੱਕ ਸਮਾਜ ਦਾ ਇੱਜ਼ਤਦਾਰ ਵਿਅਕਤੀ ਬਣਨ ਜਾ ਰਿਹਾ ਸੀ। ਇਸ ਲਈ ਸੁਰਿੰਦਰ ਤੇ ਉਸਦੇ ਪਤੀ ਨੂੰ ਇਹੋ ਜਿਹੀ ਹਾਲਤ ਵਿੱਚੋਂ ਘਰੋਂ ਕੱਢ ਦਿੱਤਾ ਜਾਂਦਾ। ਸੁਰਿੰਦਰ ਦੀ ਹਾਲਤ ਇੱਕ ਪਸ਼ੂ ਵਰਗੀ ਹੋ ਜਾਂਦੀ ਹੈ, ਜਿਸ ਦੀ ਵਾਂਗ ਡੋਰ ਇੱਕ ਅਣਜਾਣ ਵਿਅਕਤੀ ਨੂੰ ਫੜਾ ਦਿੱਤੀ ਜਾਂਦੀ ਹੈ, ਜਿਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਸਦਾ ਅਸਲੀ ਮਾਲਕ ਕੌਣ ਹੈ। ਨਾ ਹੀ ਉਸਨੂੰ ਪਤਾ ਹੁੰਦਾ ਹੈ ਕਿ ਉਸ ਨਾਲ ਅੱਗੇ ਕੀ ਹੋਣ ਵਾਲਾ ਹੈ, ਚਾਹੇ ਪਸ਼ੂ ਨੂੰ ਉਸਦਾ ਮਾਲਿਕ ਅੱਗੇ ਕਸਾਈ ਕੋਲ ਹੀ ਕਿਉਂ ਨਾ ਵੇਚ ਦੇਵੇ। ਇਹੀ ਹਾਲਤ ਸੁਰਿੰਦਰ ਦੀ ਹੁੰਦੀ ਹੈ, ਕਿਉਂਕਿ ਪਹਿਲਾਂ ਉਸਨੂੰ ਧੱਕੇ ਨਾਲ ਦਿਓਰ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਹੁਣ ਜ਼ਬਰਦਸਤੀ ਅਚਾਨਕ ਸ਼ਰਾਬੀ ਦੀ ਪਤਨੀ ਬਣਾ ਸਾਰੇ ਮਲਕੀਅਤ ਹੱਕ ਉਸ ਕੋਲੋਂ ਗਿਰਵੀ ਰੱਖ ਦਿੱਤੇ ਜਾਂਦੇ ਹਨ। ਤਾਂ ਹੀ ਤਾਂ ਕਿਹਾ ਜਾਂਦਾ, ਸਾਡੇ ਸਮਾਜ ਵਿੱਚ ਔਰਤ ਦਾ ਮੁੱਲ ਇੱਕ ਕੌਡੀ ਦੇ ਸਮਾਨ ਹੁੰਦਾ। ਸ਼ਾਇਦ ਕੌਡੀ ਦਾ ਵੀ ਮੁੱਲ ਹੁੰਦਾ, ਪਰ ਔਰਤ ਦਾ ਕੋਈ ਮੁੱਲ ਨਹੀਂ ਪਾਇਆ ਜਾਂਦਾ। ਸੁਰਿੰਦਰ ਕਿਰਾਏ 'ਤੇ ਆ ਜਾਂਦੀ ਹੈ, ਪਰ ਘਰ ਦਾ ਖਰਚਾ ਕੌਣ ਕਰੇ। ਘਰ ਵਾਲਾ, ਜਿਸ ਨੂੰ ਸ਼ਾਮ ਨੂੰ ਸ਼ਰਾਬ ਜ਼ਰੂਰ ਚਾਹੀਦੀ ਸੀ, ਘਰ ਦੇ ਖਰਚੇ ਜਾਂ ਰਾਸ਼ਨ ਤੱਕ ਕੋਈ ਮਤਲਬ ਨਹੀਂ ਸੀ। ਸੁਰਿੰਦਰ 10 ਘਰ ਵਾਲਾ ਅੰਤ ਦਰਜੇ ਦਾ ਘਟੀਆ ਇਨਸਾਨ ਹੁੰਦਾ ਹੈ, ਜੋ ਆਪਣੇ ਨਸ਼ੇ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਤਾਂ ਇੱਕ ਰਾਤ ਆਪਣੀ ਕਿਸੇ ਦੋਸਤ ਨੂੰ ਘਰ ਲਿਆਉਂਦਾ, ਜੋ ਇਸ ਨੂੰ ਸ਼ਰਾਬ ਪਿਲਾਉਂਦਾ। ਜਦੋਂ ਸੁਰਿੰਦਰ ਦਾ ਘਰ ਵਾਲਾ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਹੋ ਜਾਂਦਾ ਤਾਂ ਉਹ ਸੁਰਿੰਦਰ ਨਾਲ ਬਦਤਮੀਜ਼ੀ ਕਰਦਾ। ਜਦੋਂ ਉਹ ਉਸਦਾ ਵਿਰੋਧ ਕਰਦੀ ਤਾਂ ਉਹ ਅੱਗਿਓਂ ਕਹਿੰਦਾ, ਤੇਰੇ ਖਸਮ ਨੇ ਤੇਰਾ ਮੁੱਲ ਲਿਆ ਮੇਰੇ ਕੋਲੋਂ। ਤਾਂ ਸੁਰਿੰਦਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ, ਕਿਉਂਕਿ ਉਹ ਉਸ ਸਮੇਂ 3 ਮਹੀਨੇ ਦੀ ਗਰਭਵਤੀ ਹੁੰਦੀ ਹੈ, ਜੋ ਉਸਦੇ ਸਿਰ ਦਾ ਸਾਈਂ ਹੁੰਦਾ। ਉਹ ਬੇਗਾਨੇ ਹੱਥਾਂ 'ਚ ਵੇਚ ਉਸਦੀ ਕੀਮਤ ਲਗਾ ਜਾਂਦਾ ਹੈ। ਹੁਣ ਹਰ ਰੋਜ਼ ਉਸ ਦਾ ਇਹੀ ਸਿਲਸਿਲਾ ਹੁੰਦਾ। ਹਰ ਦਿਨ ਨਵਾਂ ਕੋਈ ਨਾ ਕੋਈ ਵਿਅਕਤੀ ਸ਼ਰਾਬ ਪਿਲਾਉਂਦਾ ਤੇ ਉਸਦੀ ਕੀਮਤ ਸੁਰਿੰਦਰ ਨੂੰ ਚੁਕਾਉਣੀ ਪੈਂਦੀ। ਪਤਾ ਨਹੀਂ ਕਿੰਨਿਆਂ ਨੇ ਉਸਨੂੰ ਨੂਚਿਆ। ਇਹ ਸਭ ਉਦੋਂ ਰੁਕਿਆ ਜਦੋਂ 8ਵੇਂ ਮਹੀਨੇ ਵਿੱਚ ਆਪਣੇ ਪਿਤਾ ਕੋਲ ਆ ਗਈ। ਆਪਣੇ ਪਾਪਾ ਦੇ ਘਰ ਆ ਕੇ ਉਸਨੇ ਇੱਕ ਬੇਟੀ ਨੂੰ ਜਨਮ ਦਿੱਤਾ, ਜਿਸ ਨੂੰ ਪਾ ਕੇ ਸੁਰਿੰਦਰ ਆਪਣੇ ਸਾਰੇ ਗਮ ਇੱਕ ਵਾਰ ਭੁੱਲ ਗਈ। ਪਰ ਇਹ ਖੁਸ਼ੀਆਂ ਥੋੜ੍ਹੀ ਦੇਰ ਹੀ ਉਸ ਕੋਲ ਰਹੀਆਂ, ਕਿਉਂਕਿ ਬੇਟੇ ਦੇ ਜਨਮ ਤੋਂ ਥੋੜ੍ਹੇ ਸਮੇਂ ਬਾਅਦ ਹੀ ਉਸਦਾ ਘਰ ਵਾਲਾ ਉਸਨੂੰ ਫਿਰ ਆਪਣੇ ਨਾਲ ਲੈ ਗਿਆ। ਬਸ ਹੁਣ ਫਿਰ ਸੁਰਿੰਦਰ ਦੀ ਦੁਰਦਸ਼ਾ ਦਾ ਸਿਲਸਿਲਾ ਸ਼ੁਰੂ ਹੋਣ ਵਾਲਾ ਸੀ। ਆਪ ਉਹ ਕੋਈ ਕੰਮ ਨਾ ਕਰਦਾ, ਬਸ ਉਹ ਸੁਰਿੰਦਰ ਨੂੰ ਆਪਣੇ ਦੋਸਤਾਂ ਕੋਲ ਭੇਜਦਾ, ਜੋ ਇਹਨਾਂ ਦੇ ਘਰ ਦਾ ਖਰਚਾ ਚੁੱਕਦੇ। ਪਰ ਸੁਰਿੰਦਰ ਮਜਬੂਰ, ਕੁਝ ਨਾ ਕਹਿੰਦੀ, ਸਭ ਸਹਿੰਦੀ ਰਹੀ, ਕਿਉਂਕਿ ਉਸਦੀ ਛੋਟੀ ਭੈਣ ਤੇਜਿੰਦਰ ਅਜੇ ਕੁਆਰੀ ਸੀ। ਜੇ ਇਹ ਰੌਲਾ ਪਾਉਂਦੀ ਤਾਂ ਉਸਦੀ ਬਦਨਾਮੀ ਹੋ ਜਾਣੀ ਸੀ, ਫਿਰ ਉਸਦਾ ਵੀ ਰਿਸ਼ਤਾ ਨਹੀਂ ਸੀ ਹੋਣਾ। ਇਹ ਸੋਚ ਕੇ ਚੁੱਪ ਰਹੀ ਕਿ ਚਲੋ ਉਸਦਾ ਰਿਸ਼ਤਾ ਹੋ ਜਾਵੇ। ਪਹਿਲਾਂ ਸਮਾਂ ਬੀਤਦਾ ਗਿਆ। ਤੇਜਿੰਦਰ ਵਧੀਆ ਪੜ੍ਹ ਲਿਖ ਗਈ, ਉਸਨੂੰ ਇੱਕ ਵਧੀਆ ਪਰਿਵਾਰ ਦਾ ਮੁੰਡਾ ਮਿਲ ਗਿਆ। ਪਰ ਮੁੰਡੇ ਵਾਲੇ ਗਰੀਬ ਸਨ। ਤੇਜਿੰਦਰ ਜੋ ਬਾਹਰ ਜਾਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਸੀ, ਪਰ ਪੈਸੇ ਕਰਕੇ ਮਾਰ ਪੈਂਦੀ ਸੀ। ਜਦੋਂ ਇਸ ਸੰਬੰਧੀ ਚਰਨ ਨੇ ਬਰਾੜ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੁਝ ਮਦਦ ਆਪ ਕੀਤੀ ਤੇ ਕੁਝ ਬੈਂਕ ਤੋਂ ਲੋਨ ਕਰਵਾ ਦਿੱਤਾ, ਜਿਸ ਨਾਲ ਤੇਜਿੰਦਰ ਦਾ ਵਿਆਹ ਹੋ ਗਿਆ ਤੇ ਉਹ 6 ਮਹੀਨਿਆਂ ਮਗਰੋਂ ਕੈਨੇਡਾ ਚਲੀ ਗਈ। ਇੱਧਰ ਸੁਰਿੰਦਰ ਦਾ ਬੇਟਾ ਵੀ ਥੋੜ੍ਹਾ ਵੱਡਾ ਹੋ ਗਿਆ ਸੀ, ਜਿਸ ਨੂੰ ਸਕੂਲ ਲਗਾਉਣ ਬਾਰੇ ਸੋਚਦੀ ਸੀ। ਪਰ ਤੇਜਿੰਦਰ ਜਾਣ ਪਿੱਛੋਂ ਉਹ ਮਨ ਵਿੱਚ ਵਿਚਾਰ ਕਰਦੀ ਕਿ ਹੁਣ ਹੋਰ ਨਹੀਂ ਸਹਾਂਗੀ। ਹੁਣ ਪਾਪਾ ਨਾਲ ਗੱਲ ਕਰਨੀ ਪੈਣੀ ਤਾਂ ਉਹ ਆਪਣੇ ਪਾਪਾ ਕੋਲ ਆ ਜਾਂਦੀ ਹੈ।
ਪਾਪਾ ਨੂੰ ਸਾਰੀ ਗੱਲ ਦੱਸਦੀ ਹੈ ਤਾਂ ਉਹਨਾਂ ਦੇ ਉਸ ਦੀਆਂ ਗੱਲਾਂ ਸੁਣ ਕੇ ਹੋਸ਼ ਉੱਡ ਜਾਂਦੇ ਹਨ। ਉਹ ਬੈੱਡ ਤੋਂ ਉੱਤਰ ਕੇ ਜ਼ਮੀਨ 'ਤੇ ਬੈਠ ਜਾਂਦੇ ਹਨ ਜਿਵੇਂ ਕੋਈ ਮਰ ਗਿਆ ਹੋਵੇ। ਫਿਰ ਜਿੰਨੀ ਵਾਹ ਲੱਗਦੀ ਓਨੀ ਵਾਹ ਨਾਲ ਸੁਰਿੰਦਰ ਨੂੰ ਚੱਪਲਾਂ ਨਾਲ ਮਾਰਦੇ ਹਨ। ਉਸ ਦਾ ਬੇਟਾ ਵੀ ਇਹ ਸਭ ਦੇਖ ਰਿਹਾ ਹੁੰਦਾ ਤੇ ਸੁਰਿੰਦਰ ਚੁੱਪ ਕਰਕੇ ਮਾਰ ਸਹਿ ਲੈਂਦੀ, ਪਰ ਮੂੰਹੋਂ ਸ਼ੀ ਤੱਕ ਨਾ ਕਹਿੰਦੀ। ਅਖੀਰ ਤੱਕ ਹਾਰ ਮੰਨ ਕੇ ਚਰਨ ਉਸ ਨੂੰ ਕਹਿੰਦਾ ਹੈ ਕਿ ਹੁਣ ਤੂੰ ਉੱਥੇ ਨਹੀਂ ਜਾਵੇਂਗੀ। ਉੱਧਰ ਜਦੋਂ ਇਸ ਗੱਲ ਦਾ ਪਤਾ ਸੁਰਿੰਦਰ ਦੀ ਘਰਵਾਲੀ ਨੂੰ ਲੱਗਦਾ ਹੈ ਤਾਂ ਉਹ ਆਪਣੀ ਦੋਸਤਾਂ ਸਮੇਤ ਧਮਕੀਆਂ ਦਿੰਦਾ ਹੈ ਤੇ ਸੁਰਿੰਦਰ ਦੇ ਘਰ ਆ ਕੇ ਮਾਰ ਕੁਟਾਈ ਵੀ ਕਰਦਾ। ਜਦੋਂ ਉਹ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦਾ ਤਾਂ ਚਰਨ ਸਿੰਘ ਬਰਾੜ ਸਾਹਿਬ ਕੋਲ ਜਾਂਦਾ ਤੇ ਰੋ ਰੋ ਕੇ ਸਾਰੀ ਘਟਨਾ ਬਿਆਨ ਕਰਦਾ ਹੈ ਤਾਂ ਬਰਾੜ ਸਾਹਿਬ ਪੁਲਿਸ ਨੂੰ ਕਹਿ ਕੇ ਸੁਰਿੰਦਰ ਦੇ ਘਰਵਾਲੇ ਨੂੰ ਸਬਕ ਸਿਖਾਉਂਦੇ ਹਨ, ਜਿਸ ਤੋਂ ਬਾਅਦ ਉਹ ਤਲਾਕ ਦੇਣ ਲਈ ਰਾਜੀ ਹੋ ਜਾਂਦਾ ਹੈ। ਇਸ ਤਰ੍ਹਾਂ ਕਰਕੇ ਤਲਾਕ ਹੋਣ ਤੋਂ ਬਾਅਦ ਸੁਰਿੰਦਰ ਆਪਣੇ ਪਾਪਾ ਕੋਲ ਰਹਿੰਦੀ ਹੈ, ਪਰ ਚਰਨ ਸਿੰਘ ਇਹ ਸਦਮਾ ਨਹੀਂ ਸਹਾਰ ਪਾਉਂਦਾ ਤੇ ਸਦਾ ਲਈ ਸੁਰਿੰਦਰ ਨੂੰ ਇਕੱਲੀ ਛੱਡ ਜਾਂਦਾ ਹੈ। ਸੁਰਿੰਦਰ ਹੁਣ ਇਕੱਲੀ ਰਹਿ ਜਾਂਦੀ ਹੈ। ਹੁਣ ਉਸ ਕੋਲ ਆਪਣਾ ਘਰ ਵੀ ਨਹੀਂ ਹੁੰਦਾ ਕਿਉਂਕਿ ਉਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੀ ਰਹਿ ਰਹੇ ਹੁੰਦੇ ਹਨ। ਹੁਣ ਚਰਨ ਦੀ ਮੌਤ ਤੋਂ ਬਾਅਦ ਘਰ ਖਾਲੀ ਕਰਨਾ ਪੈਣਾ ਸੀ, ਪਰ ਉਹੀ ਬਰਾੜ ਸਾਹਿਬ ਇੱਕ ਵਾਰ ਫਿਰ ਸੁਰਿੰਦਰ ਦੇ ਪਰਿਵਾਰ ਲਈ ਦੇਵਤਾ ਬਣ ਬੌੜਦੇ ਹਨ। ਫਿਰ ਉਹ ਆਪਣੀ ਧੀ ਵਾਂਗ ਸੁਰਿੰਦਰ ਦੇ ਸਿਰ 'ਤੇ ਹੱਥ ਰੱਖ ਉਸ ਨੂੰ ਹੌਸਲਾ ਦਿੰਦੇ ਹਨ ਤੇ ਉਸ ਦਾ ਨਾਮ ਯੂਨੀਵਰਸਿਟੀ ਦੇ ਕੱਚੇ ਮੁਲਾਜ਼ਮਾਂ ਦੇ ਲਿਸਟ ਵਿੱਚ ਪਵਾ ਦਿੰਦੇ ਹਨ ਤੇ ਘਰ ਵੀ ਉਸ ਕੋਲ ਰਹਿ ਜਾਵੇ। ਸਾਰੀ ਕਾਗਜ਼ੀ ਕਾਰਵਾਈ ਕਰਦੇ ਹਨ ਤੇ ਚਰਨ ਸਿੰਘ ਦਾ ਸਾਰਾ ਪੈਸਾ ਕਢਵਾ ਕੇ ਦਿੰਦੇ ਹਨ। ਇਸ ਤਰ੍ਹਾਂ ਸੁਰਿੰਦਰ ਨੌਕਰੀ ਕਰਨ ਲੱਗਦੀ ਹੈ ਤੇ ਆਪਣੇ ਬੇਟੇ ਨੂੰ ਪੜ੍ਹਾ ਰਹੀ ਹੁੰਦੀ ਹੈ, ਪਰ ਸਮਾਜ ਦੀਆਂ ਗੰਦੀਆਂ ਨਜ਼ਰਾਂ ਉਸ ਦਾ ਰੋਜ਼ਾਨਾ ਪਿੱਛਾ ਕਰਦੀਆਂ। ਘਰ ਤੋਂ ਕੰਮ 'ਤੇ ਜਾਂਦੀ ਪਰ ਹਰ ਥਾਂ ਜਲੀਲ ਹੋਣਾ ਪੈਂਦਾ। ਸਮਾਜ ਦੇ ਠੇਕੇਦਾਰ ਔਰਤ 'ਤੇ ਆਪਣਾ ਹੱਕ ਸਮਝਦੇ ਹਨ, ਜਿਸ ਦੀ ਕੀਮਤ ਔਰਤ ਨੂੰ ਪੈਰ ਪੈਰ 'ਤੇ ਚੁਕਾਉਣੀ ਪੈਂਦੀ ਹੈ। ਸਮਾਂ ਲੰਘਦਾ ਗਿਆ। ਸੁਰਿੰਦਰ ਦਾ ਬੇਟਾ ਹੁਣ ਕੁਝ ਹੁਸ਼ਿਆਰ ਹੋ ਗਿਆ, ਪਰ ਨੌਕਰੀ ਕੱਚੀ ਹੋਣ ਕਰਕੇ ਘਰ ਦਾ ਗੁਜ਼ਾਰਾ ਨਾ ਹੁੰਦਾ। ਇੱਕ ਸੁਰਿੰਦਰ ਵੈਸੇ ਇਕੱਲੀ ਰਹਿ ਗਈ ਸੀ ਕਿਉਂਕਿ ਉਸ ਦੀ ਭੈਣ ਨੇ ਬਾਹਰ ਜਾ ਕੇ ਉਸ ਨਾਲੋਂ ਬਿਲਕੁਲ ਹੀ ਨਾਤਾ ਤੋੜ ਲਿਆ ਸੀ। ਉੱਪਰੋਂ ਬੱਚੇ ਦੀ ਜ਼ਿੰਮੇਵਾਰੀ ਅਲੱਗ ਸੀ। ਸੁਰਿੰਦਰ ਨੂੰ ਦਿਨ ਰਾਤ ਉਸਦੇ ਭਵਿੱਖ ਦਾ ਫਿਕਰ ਤੋੜ ਖਾਂਦਾ। ਉਹ ਚਾਹ ਕੇ ਵੀ ਨਾ ਰੋ ਸਕਦੀ ਸੀ ਨਾ ਹੱਸ ਸਕਦੀ ਸੀ, ਪਰ ਕਹਿੰਦੇ ਹੁੰਦੇ ਜਿਸ ਦਾ ਕੋਈ ਨਹੀਂ ਹੁੰਦਾ ਉਸ ਨੂੰ ਕੋਈ ਨਾ ਕੋਈ ਅਜਿਹਾ ਮਿਲ ਜਾਂਦਾ ਜਿਸ ਦੀ ਉਸ ਨੂੰ ਤਲਾਸ਼ ਹੁੰਦੀ ਹੈ। ਅਜਿਹਾ ਹੀ ਇੱਕ ਇਨਸਾਨ ਸੁਰਿੰਦਰ ਦੀ ਜ਼ਿੰਦਗੀ ਵਿੱਚ ਆਉਂਦਾ ਹੈ, ਜਿਸ ਦਾ ਨਾਮ ਹਰਨੇਕ ਹੁੰਦਾ ਹੈ, ਜੋ ਕਿ ਖੁਦ ਸ਼ਾਦੀशुदा ਹੁੰਦਾ ਹੈ ਤੇ ਸੁਰਿੰਦਰ ਤੋਂ ਕੁਝ ਸਾਲ ਉਮਰ ਵਿੱਚ ਵੱਡਾ ਵੀ ਹੁੰਦਾ ਹੈ। ਦੋਨੋਂ ਇੱਕ ਹੀ ਡਿਪਾਰਟਮੈਂਟ ਵਿੱਚ ਹੁੰਦੇ ਹਨ। ਦੋਸਤੀ ਤੋਂ ਰਿਸ਼ਤੇ ਦੀ ਸ਼ੁਰੂਆਤ ਹੁੰਦੀ ਹੈ, ਪਰ ਦੋਹਾਂ ਦੇ ਦਿਲ ਦੇ ਜਜ਼ਬੇ ਦੋਨਾਂ ਨੂੰ ਜਲਦੀ ਹੀ ਇੱਕ ਦੂਜੇ ਦੇ ਨੇੜੇ ਲੈ ਆਉਂਦੇ ਹਨ। ਹੁਣ ਦੋਨਾਂ ਦਾ ਦੁੱਖ ਸੁੱਖ ਸਾਂਝਾ ਹੋਣ ਲੱਗਦਾ ਹੈ। ਹਰਨੇਕ ਸੁਰਿੰਦਰ ਦਾ ਹਰ ਪੈਰ 'ਤੇ ਸਾਥ ਦਿੰਦਾ। ਸੁਰਿੰਦਰ ਨੂੰ ਵੀ ਹਰਨੇਕ ਨਾਲ ਗੱਲ ਕਰਕੇ ਕੁਝ ਸਕੂਨ ਮਿਲਦਾ। ਸ਼ਾਇਦ ਹਰਨੇਕ ਉਸ ਨੂੰ ਆਪਣੇ ਭਵਿੱਖ ਦਾ ਚੰਗਾ ਸਾਥੀ ਲੱਗਦਾ, ਕਿਉਂਕਿ ਉਸ ਨੂੰ ਇੱਕ ਸਹਾਰੇ ਦੀ ਲੋੜ ਸੀ, ਜੋ ਉਸ ਨੂੰ ਹਰਨੇਕ ਆਪਣਾ ਸਹਾਰਾ ਲੱਗਦਾ। ਜਦੋਂ ਸੁਰਿੰਦਰ ਨੂੰ ਪੈਸੇ ਦੀ ਲੋੜ ਹੁੰਦੀ ਤਾਂ ਹਰਨੇਕ ਕੁਝ ਪੈਸੇ ਵੀ ਦੇ ਦਿੰਦਾ, ਪਰ ਕਹਿੰਦੇ ਨੇ ਔਰਤ ਵੱਲੋਂ ਆਪਣੇ 'ਤੇ ਕੀਤੇ ਅਹਿਸਾਨ ਦਾ ਬਦਲਾ ਉਸ ਨੂੰ ਆਪਣੀ ਇੱਜ਼ਤ ਦੇ ਜ਼ਰੀਏ ਚੁਕਾਉਣਾ ਪੈਂਦਾ ਹੈ। ਇਹੀ ਸਾਡੇ ਸਮਾਜ ਦੀ ਤਰਾਸ਼ਦੀ ਹੈ। ਸੁਰਿੰਦਰ ਨਾਲ ਵੀ ਇਹੀ ਕੁਝ ਹੋ ਰਿਹਾ ਸੀ, ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਆਪਣਾ ਗੁਜ਼ਾਰਾ ਕਰਦੀ ਹੈ। ਲੋਕਾਂ ਦੀਆਂ ਕਿੰਨੀਆਂ ਹੀ ਗੱਲਾਂ ਸਹਿੰਦੀ ਹੈ, ਕੋਈ ਉਸ ਨੂੰ ਕੁਝ ਆਖਦਾ ਤੇ ਕੋਈ ਕੁਝ, ਪਰ ਸੁਰਿੰਦਰ ਸਭ ਕੁਝ ਸਹਿ ਰਹੀ। ਸ਼ਾਇਦ ਉਸ ਨੂੰ ਇਹਨਾਂ ਗੱਲਾਂ ਤੋਂ ਉੱਪਰ ਆਪਣੇ ਬੇਟੇ ਦਾ ਭਵਿੱਖ ਦਿਸਦਾ ਸੀ। ਇਹ ਉਸ ਦੀ ਸਭ ਤੋਂ ਵੱਡੀ ਮਜਬੂਰੀ ਸੀ। ਉੱਧਰ ਹਰਨੇਕ ਨਾਲ ਵੀ ਸੁਰਿੰਦਰ ਦਾ ਰਿਸ਼ਤਾ ਵੀ ਸਮੇਂ ਨਾਲ ਗੂੜਾ ਹੁੰਦਾ ਗਿਆ। ਦੋਨੋਂ ਸਮੇਂ ਤੇ ਮਜਬੂਰੀਆਂ ਨੇ ਇੰਨੇ ਨੇੜੇ ਕਰ ਦਿੱਤੇ ਕਿ ਦੋਹਾਂ ਨੂੰ ਇੱਕ ਦੂਜੇ ਤੋਂ ਬਿਨਾਂ ਕੁਝ ਨਾ ਦਿਖਦਾ। ਸੁਰਿੰਦਰ ਦਿਲੋਂ ਵੀ ਹਰਨੇਕ ਨੂੰ ਚਾਹੁਣ ਲੱਗ ਜਾਂਦੀ ਹੈ ਤੇ ਉਸਦੇ ਦਿਲ ਦੀ ਤਮੰਨਾ ਹੁੰਦੀ ਹੈ ਕਿ ਕਾਸ਼ ਉਹ ਆਪਣੀ ਰਹਿੰਦੀ ਜ਼ਿੰਦਗੀ ਵੀ ਇੱਕ ਦੂਜੇ ਦੇ ਜੀਵਨ ਸਾਥੀ ਬਣ ਲਗਾਉਣ। ਰੋਜ਼ ਸ਼ਾਮ ਨੂੰ ਉਸਦਾ ਘਰ ਵਾਲਾ ਕੰਮ ਤੋਂ ਆਵੇ ਤੇ ਉਹ ਉਸਦਾ ਮਨਪਸੰਦ ਖਾਣਾ ਬਣਾ ਕੇ ਇੰਤਜ਼ਾਰ ਕਰੇ, ਪਰ ਸ਼ਾਇਦ ਇਹ ਸੁੱਖ ਰੱਬ ਉਸਦੇ ਨਸੀਬ ਵਿੱਚ ਲਿਖਣਾ ਭੁੱਲ ਗਿਆ ਸੀ। ਜਿੰਨਾ ਵੀ ਸਮਾਂ ਹਰਨੇਕ ਨਾਲ ਮਿਲਦਾ ਉਹ ਉਸ ਵਿੱਚ ਹੀ ਆਪਣੀ ਪੂਰੀ ਜ਼ਿੰਦਗੀ ਜਿਉਂ ਲੈਂਦੀ ਤੇ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਹਰ ਪਲ ਮਾਣਦੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਸੁਰਿੰਦਰ ਦਾ ਬੇਟਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਨਿਕਲਿਆ। ਉਸਨੇ ਹੁਣ 12ਵੀਂ ਵਧੀਆ ਨੰਬਰਾਂ ਨਾਲ ਕਰਕੇ ਆਈਲੈਟਸ ਪਾਸ ਕਰ ਲਿਆ। ਸੁਰਿੰਦਰ ਨੇ ਬੜੀ ਭਾਜ-ਨਟ ਕੀਤੀ ਤੇ ਕੁਝ ਹਰਨੇਕ ਨੇ ਵੀ ਮਦਦ ਕੀਤੀ। ਸੁਰਿੰਦਰ ਦੇ ਆਪਣੇ ਬੇਟੇ ਨੂੰ ਬਾਹਰ ਭੇਜ ਦਿੱਤਾ। ਹੁਣ ਉਹ ਆਪਣੀ ਤਨਖਾਹ ਦੇ ਪੈਸੇ ਜੋੜਦੀ ਤੇ ਬਾਹਰ ਬੇਟੇ ਨੂੰ ਖਰਚੇ ਲਈ ਭੇਜਦੀ। ਸਮਾਂ ਬਹੁਤ ਬਲਵਾਨ ਹੁੰਦਾ। ਹੁਣ ਕੁਝ ਸਾਲਾਂ ਮਗਰੋਂ ਪੜ੍ਹਾਈ ਪੂਰੀ ਹੋਣ ਪਿੱਛੋਂ ਉਸਦੇ ਬੇਟੇ ਨੂੰ PR ਮਿਲ ਗਈ ਸੀ ਤੇ ਉਸਨੇ ਸੁਰਿੰਦਰ ਦੇ ਕਾਗਜ਼ ਵੀ ਭੇਜ ਦਿੱਤੇ ਤੇ ਸੁਰਿੰਦਰ ਦਾ ਵੀਜ਼ਾ ਆ ਗਿਆ। ਸੁਰਿੰਦਰ ਨੇ ਜਦੋਂ ਆਪਣੇ ਵੀਜ਼ੇ ਬਾਰੇ ਹਰਨੇਕ ਨਾਲ ਕੋਈ ਗੱਲ ਨਾ ਕੀਤੀ ਕਿ ਉਹ ਉਸਦੇ ਜਾਣ ਬਾਰੇ ਸੁਣ ਕੇ ਉਦਾਸ ਨਾ ਹੋਵੇ।
ਸੁਰਿੰਦਰ ਇੱਕ ਪ੍ਰਕਾਰ ਦੁਵਿਧਾ ਵਿੱਚ ਫਸ ਜਾਂਦੀ ਹੈ ਕਿ ਜਿਸ ਇਨਸਾਨ ਨੇ ਹਰ ਕਦਮ 'ਤੇ ਉਸਦਾ ਸਾਥ ਦਿੱਤਾ, ਹੁਣ ਉਸ ਨੂੰ ਛੱਡ ਕੇ ਕਿਵੇਂ ਬਾਹਰ ਜਾਵੇ, ਕਿਉਂਕਿ ਸੁਰਿੰਦਰ ਨੂੰ ਮਹਿਸੂਸ ਹੁੰਦਾ ਸੀ ਕਿ ਹਰਨੇਕ ਦਾ ਉਸ ਪਿੱਛੋਂ ਕੀ ਹੋਵੇਗਾ, ਕਿਉਂਕਿ ਉਸ ਨੂੰ ਹੁਣ ਉਸ ਦੀ ਜ਼ਿਆਦਾ ਜ਼ਰੂਰਤ ਸੀ। ਉਮਰ ਦੇ ਇਸ ਪੜਾਅ 'ਤੇ ਵੀ ਸ਼ਾਇਦ ਉਹ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਵੀ ਕਰਨ ਲੱਗ ਗਏ ਸਨ। ਸੁਰਿੰਦਰ ਦਿਲ ਦੇ ਹੱਥੋਂ ਮਜਬੂਰ ਕੋਈ ਫੈਸਲਾ ਨਹੀਂ ਲੈ ਪਾਉਂਦੀ, ਕਿਉਂਕਿ ਇੱਕ ਪਾਸੇ ਉਸ ਨੂੰ ਇਹ ਵੀ ਡਰ ਸੀ ਕਿ ਜੇ ਉਹ ਹਰਨੇਕ ਨੂੰ ਛੱਡ ਕੇ ਜਾਵੇਗੀ ਤਾਂ ਕਿਧਰੇ ਹਰਨੇਕ ਇਹ ਨਾ ਸੋਚੇ ਕਿ ਸੁਰਿੰਦਰ ਆਪਣਾ ਮਤਲਬ ਕੱਢ ਕੇ ਬਾਹਰ ਚਲੀ ਗਈ ਹੈ। ਪਰ ਕੋਈ ਫੈਸਲਾ ਤਾਂ ਲੈਣਾ ਸੀ। ਫਿਰ ਉਹ ਇੱਕ ਦਿਨ ਹੌਂਸਲਾ ਜਿਹਾ ਕਰਕੇ ਹਰਨੇਕ ਨੂੰ ਆਪਣੇ ਵੀਜ਼ਾ ਆਉਣ ਬਾਰੇ ਦੱਸ ਦਿੰਦੀ ਹੈ, ਜਿਸ ਨੂੰ ਸੁਣ ਕੇ ਹਰਨੇਕ ਬਹੁਤ ਖੁਸ਼ ਹੋਇਆ ਤੇ ਨਾਲ ਹੀ ਸੁਰਿੰਦਰ ਦੇ ਦਿਲ ਦੀ ਹਾਲਤ ਨੂੰ ਸਮਝਦਾ ਹੋਇਆ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਮੇਰੀ ਕਸਮ ਹੈ, ਜੇ ਤੂੰ ਜਲਦੀ ਆਪਣੇ ਬੇਟੇ ਕੋਲ ਨਾ ਗਈ ਤੇ ਮੇਰੇ ਨਾਲ ਵਾਅਦਾ ਕਰ ਕਿ ਤੂੰ ਸਭ ਕੁਝ ਭੁੱਲ ਕੇ ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰੇਗੀ। ਸੁਰਿੰਦਰ ਉਸ ਨੂੰ ਕੁਝ ਨਹੀਂ ਕਹਿੰਦੀ, ਬਸ ਉਸ ਦਾ ਮਨ ਭਰ ਆਉਂਦਾ ਹੈ। ਹਰਨੇਕ ਉਸ ਨੂੰ ਹੌਸਲਾ ਦਿੰਦਾ ਹੈ ਤੇ ਅਗਲੇ ਦਿਨ ਤੋਂ ਉਸਦੇ ਜਾਣ ਦੀ ਤਿਆਰੀ ਵਾਸਤੇ ਕੁਝ ਪੈਸੇ ਦੇ ਜਾਂਦਾ ਤੇ ਖੁਸ਼ੀ-ਖੁਸ਼ੀ ਉਸ ਨਾਲ ਸਾਰੀ ਖਰੀਦਦਾਰੀ ਕਰਵਾਉਂਦਾ ਹੈ। ਅਖੀਰ ਉਹ ਦਿਨ ਆ ਜਾਂਦਾ ਜਦੋਂ ਸੁਰਿੰਦਰ ਹਰਨੇਕ ਨੂੰ ਸਦਾ ਲਈ ਛੱਡ ਆਪਣੇ ਬੇਟੇ ਕੋਲ ਚਲੀ ਜਾਂਦੀ ਹੈ, ਕਿਉਂਕਿ ਕਿਹਾ ਜਾਂਦਾ ਹੈ ਔਰਤ ਚਾਹੇ ਮਰਦ ਨੂੰ ਕਿੰਨਾ ਮਰਜ਼ੀ ਕਹਿ ਦੇਵੇ ਕਿ ਉਹ ਉਸ ਨੂੰ ਬਹੁਤ ਪਿਆਰ ਕਰਦੀ ਹੈ, ਪਰ ਉਸ ਦਾ ਅਸਲੀ ਤੇ ਪਹਿਲਾ ਪਿਆਰ ਉਸ ਦਾ ਬੱਚਾ ਹੀ ਹੁੰਦਾ ਹੈ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੀ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।